ਹੈਲੋ ਐਂਡ ਵੈਲਕਮ ਟੂ ਅਰੇਸ ਅਕੈਡਮੀ ਅਫੀਸ਼ੀਅਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ, ਆਦਾਬ। ਸੋ ਪੋਲਿਟੀ ਦੇ ਨੈਕਸਟ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ, ਜਿਹਦੇ ਵਿੱਚ ਆਪਾਂ ਹੁਣ ਆਰਟੀਕਲ ਸਟਾਰਟ ਕਰਨ ਜਾ ਰਹੇ ਹਾਂ। ਦੇਖੋ, ਆਪਾਂ ਆਰਟੀਕਲ ਤੋਂ ਪਹਿਲਾਂ ਬਹੁਤ ਕੁਝ ਐਸਾ ਪੜ੍ਹ ਚੁੱਕੇ ਹਾਂ ਜਿਹੜਾ ਐਂ ਕਹਿ ਲਓ ਵੀ UPSC ਜਾਂ PPSC ਜਾਂ ਪੰਜਾਬ ਦਾ ਕੋਈ ਵੀ ਪੇਪਰ ਹੈ, ਸਭ ਤੋਂ ਜ਼ਿਆਦਾ ਇੰਪੋਰਟੈਂਟ ਪੋਰਸ਼ਨ ਉਹਦੇ ਵਿੱਚ ਬਣੂਗਾ ਤੁਹਾਡੀ ਹਿਸਟੋਰੀਕਲ ਬੈਕਗਰਾਊਂਡ, ਤੁਹਾਡੇ ਐਕਟ, ਜੋ ਵੀ ਯਾਨੀ ਕਿ ਆਪਾਂ ਪਿਛਲਾ ਪੜ੍ਹਿਆਗਾ। ਹੁਣ ਇੱਥੋਂ ਜਿਹੜੀਆਂ ਚੀਜ਼ਾਂ ਗਈਆਂ ਉਹ ਕਨਸੈਪਟ ਦੇ ਨਾਲ ਨਾਲ ਤੁਹਾਨੂੰ ਚੀਜ਼ਾਂ ਯਾਦ ਕਰਨ ਦੇ ਵਿੱਚ ਵੀ ਥੋੜੀਆਂ ਸੌਖੀਆਂ ਲੱਗਣ ਲੱਗ ਜਾਣਗੀਆਂ। ਕਿਉਂਕਿ ਤੁਸੀਂ ਬੈਕਗਰਾਊਂਡ ਪੜ੍ਹ ਚੁੱਕੇ ਹੋ। ਜਦੋਂ ਆਪਾਂ ਇੱਕ ਬੇਸਿਕ ਹਿੱਸਾ ਪੜ੍ਹ ਚੁੱਕੇ ਹੋਈਏ ਜਿੱਥੋਂ ਆਧਾਰ ਬਣਿਆ ਇਸ ਸਾਰੀ ਚੀਜ਼ ਦਾ, ਤਾਂ ਤੁਹਾਨੂੰ ਨਾਲ ਦੀ ਨਾਲ ਸਾਰੀ ਚੀਜ਼ਾਂ ਸਮਝਣ ਦੇ ਵਿੱਚ ਬਹੁਤ ਜ਼ਿਆਦਾ ਆਸਾਨੀ ਰਹੂਗੀ। ਇਸੇ ਕਰਕੇ ਮੈਂ ਕਹਿੰਦਾ ਕਿ ਜਦੋਂ ਹੁਣ ਤੁਸੀਂ ਆਰਟੀਕਲ 1 ਤੋਂ 4 ਪੜ੍ਹਨ ਜਾ ਰਹੇ ਹੋ ਤਾਂ ਜਿਹੜੀਆਂ ਪਿਛਲੀਆਂ ਕਲਾਸਾਂ ਉਹਨਾਂ ਨੂੰ ਪੂਰਨ ਤੌਰ ਤੇ ਇੱਕ ਵਾਰੀ ਲਾਸਟ ਵਾਰੀ ਰਿਵਾਈਜ਼ ਕਰ ਲਓ, ਤਾਂ ਕਿ ਤੁਸੀਂ ਹੁਣ ਇੱਕ ਨਵੀਂ ਪੌੜੀ ਨੂੰ ਚੜ੍ਹ ਰਹੇ ਹੋ। ਯਾਨੀ ਕਹਿਣ ਦਾ ਮਤਲਬ, ਜੇਕਰ ਮੈਂ ਕਹਾਂ ਕਿ ਆਪਣੇ ਰਾਹ ਦੇ ਵਿੱਚ ਆਹ 2 ਪੌੜੀਆਂ ਗਈਆਂ, ਮੈਂ ਪਹਿਲਾਂ ਤੁਹਾਨੂੰ ਇੱਧਰ ਲੈ ਕੇ ਆਹ TC ਤੱਕ ਲਿਆਇਆ, ਯਾਨੀ ਕਿ ਬੈਕਗਰਾਊਂਡ ਇਹਦਾ ਆਧਾਰ ਬਣਾਤਾ। ਹੁਣ ਆਧਾਰ ਬਣਾ ਕੇ ਆਪਾਂ ਉੱਪਰ ਲੈਂਟਰ ਪਾਉਣਾਗਾ, ਤੇ ਉਹ ਲੈਂਟਰ ਨੂੰ ਸਮਝਣ ਵਾਸਤੇ ਤੁਹਾਨੂੰ ਆਧਾਰ ਨੂੰ ਕੱਲੀ ਚੀਜ਼ ਉਹਦੇ ਵਿੱਚ ਯਾਦ ਹੋਣੀ ਚਾਹੀਦੀ ਆ, ਕਨਫਿਊਜ਼ਿੰਗ ਕਿਸੇ ਦੇ ਵਿੱਚ ਵੀ ਨਹੀਂ ਹੋਣੀ ਚਾਹੀਦੀ। ਪੜ੍ਹਦੇ ਆਪਾਂ ਆਰਟੀਕਲ ਪਹਿਲਾ, ਦੂਸਰਾ, ਤੀਸਰਾ, ਚੌਥਾ। ਕੀ ਕਹਿੰਦੇ ਨੇ ਇਹ ਆਰਟੀਕਲ, ਕਿਵੇਂ ਇੱਥੇ ਕੁਐਸਚਨ ਪੁੱਛੇ ਜਾਂਦੇ ਨੇ, ਉਹਨਾਂ ਬਾਰੇ ਆਪਾਂ ਚਰਚਾ ਕਰਦੇ ਹਾਂ। ਸੋ ਮੇਰਾ ਨਾਮ ਹੈ ਫਨਕਾਰ ਤੇ ਤੁਹਾਡਾ ਰੇਸ ਅਕੈਡਮੀ ਅਫੀਸ਼ੀਅਲ ਤੇ ਸਵਾਗਤ ਹੈ। ਜਿਹੜੇ ਵੀ ਨਵੇਂ ਪੁਰਾਣੇ ਸਟੂਡੈਂਟ ਹੈ, ਨਵਿਆਂ ਪੁਰਾਣਿਆਂ ਨੂੰ ਐਡਵਾਈਸ ਸੇਮ ਹੀ ਹੈ ਮੇਰੀ ਕਿ ਪਿਛਲੇ ਲੈਕਚਰ ਜ਼ਰੂਰ ਤੁਸੀਂ ਰਿਵਾਈਜ਼ ਕਰ ਰਹੇ ਹੋ। ਚਲੋ ਜੀ। ਸੋ ਬੇਸਿਕਲੀ ਆਪਾਂ ਜੇਕਰ ਆਰਟੀਕਲ ਪਹਿਲੇ 4 ਦੀ ਗੱਲ ਕਰੀਏ ਤਾਂ ਆਰਟੀਕਲ 1 to 4 ਕਿਹੜੇ ਪਾਰਟ ਦੇ ਵਿੱਚ ਆਉਂਦਾ? ਆਪਾਂ ਓਰੀਜਨਲ ਕਨਸਟੀਟਿਊਸ਼ਨ ਦੇ ਵਿੱਚ ਕੀ ਪੜ੍ਹਿਆ ਸੀਗਾ ਕਿ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਕੀ ਹੈ? ਇੱਕ ਪ੍ਰੀਐਮਬਲ ਹੈ, ਆਰਟੀਕਲਸ ਹੈ, ਹੋਰ ਕੀ ਆ 12 ਸ਼ਡਿਊਲ ਹੈ, ਹੋਰ ਕੀ ਆ ਪਾਰਟ ਹੈ। ਪਾਰਟ ਕਿੰਨੇ ਸੀਗੇ ਆਪਣੇ? 22 ਪਾਰਟ ਸੀ। ਕੀ ਇਹ ਤੁਹਾਡੇ ਯਾਦ ਹੈ? ਆਪਣੇ 22 ਪਾਰਟਸ ਸੀ। ਪਰ ਅੱਜ ਦੇ ਟਾਈਮ ਦੇ ਵਿੱਚ ਕੀ ਆ, ਪ੍ਰੀਐਮਬਲ ਵੀ ਹੈਗਾ, ਆਰਟੀਕਲ ਵੀ ਹੈਗੇ ਆ, ਠੀਕ ਹੈ। ਤੇ ਜਿਹੜੇ ਸ਼ਡਿਊਲ ਆ ਉਹ ਆਪਣੇ 8 ਤੋਂ 12 ਸ਼ਡਿਊਲ ਹੋ ਚੁੱਕੇ ਆ, ਪਰ ਓਰੀਜਨਲ ਦੇ ਵਿੱਚ ਆਪਣੇ 8 ਸੀਗੇ, ਅੱਜ ਕੀ ਆ 12 ਸ਼ਡਿਊਲ ਹੈ। ਤੇ ਨਾਲ ਜੇਕਰ ਆਪਾਂ ਗੱਲ ਕਰੀਏ ਪਾਰਟਸ ਦੀ ਤਾਂ ਪਾਰਟ ਆਪਣੇ ਹੋ ਚੁੱਕੇ 22 ਤੋਂ 25। ਸੋ ਇਹ ਕਿਹੜੇ ਪਾਰਟ ਦੇ ਵਿੱਚ ਆਉਂਦਾ? ਇਹ ਪਹਿਲੇ ਪਾਰਟ ਦੇ ਵਿੱਚ ਆਉਂਦਾ, ਜਿਹਨੂੰ ਆਪਾਂ ਕਹਿੰਦੇ ਆ ਯੂਨੀਅਨ ਆਫ ਸਟੇਟਸ, ਯਾਨੀ ਕਿ ਯੂਨੀਅਨ ਐਂਡ ਇਟਸ ਟੈਰੀਟਰੀਜ਼, ਜਿਹਦੇ ਨਾਲ ਇਹ ਬਿਲੋਂਗ ਕਰਦਾਗਾ ਪਹਿਲਾ ਪਾਰਟ, ਜਾਂ ਫਿਰ ਆਪਾਂ ਕਹੀਏ ਆਰਟੀਕਲ ਪਹਿਲੇ, ਦੂਸਰੇ, ਤੀਸਰੇ, ਚੌਥੇ, ਪਹਿਲੇ 4। ਯਾਨੀ ਕਿ ਜਿਵੇਂ ਕਿ ਆਪਾਂ ਗਾਹਾਂ ਵੀ ਗੱਲ ਕਰਾਂਗੇ, ਸਿਟੀਜ਼ਨਸ਼ਿਪ ਹੈ। ਸਿਟੀਜ਼ਨਸ਼ਿਪ ਆਰਟੀਕਲ 5 ਤੋਂ 11 ਤੱਕ ਆਉਂਦੇ ਆ, ਪਰ ਉਹ ਕਿਹੜੇ ਹਿੱਸੇ ਵਿੱਚ ਆਉਂਦੇ ਆ, ਕਿਹੜੇ ਪਾਰਟ ਦੇ ਵਿੱਚ ਆਉਂਦੇ ਆ? ਉਹ ਦੂਸਰੇ ਪਾਰਟ ਦੇ ਵਿੱਚ ਆਉਂਦੇ ਆ। ਫਿਰ ਤੀਸਰੇ ਪਾਰਟ ਦੇ ਵਿੱਚ ਆਪਾਂ ਪੜਾਂਗੇ ਫੰਡਾਮੈਂਟਲ ਰਾਈਟਸ, ਜਿਹੜੇ ਕਿ ਆਰਟੀਕਲ 12 ਤੋਂ ਲੈ ਕੇ 35 ਤੱਕ ਆਉਂਦੇ ਆ। ਉਹ ਫੰਡਾਮੈਂਟਲ ਰਾਈਟਸ ਕਿਹੜੇ ਪਾਰਟ ਦੇ ਵਿੱਚ ਆਉਂਦੇ ਆ? ਤੀਸਰੇ ਦੇ ਵਿੱਚ ਆਉਂਦੇ ਆ। ਫਿਰ ਚੌਥੇ ਦੇ ਵਿੱਚ ਆਉਂਦੇ ਆ DPSP, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਜਿਹਦੇ ਵਿੱਚ ਆਪਾਂ 36 ਤੋਂ ਲੈ ਕੇ 51 ਤੱਕ ਆਰਟੀਕਲ ਪੜਾਂਗੇ। ਫਿਰ ਆਉਂਦਾ ਪਾਰਟ 4A, ਜਿਹਨੂੰ ਆਪਾਂ ਫੰਡਾਮੈਂਟਲ ਡਿਊਟੀ ਕਹਿੰਦੇ ਆ। ਪਾਰਟ 4A ਐਡ ਕੀਤਾ ਗਿਆ ਆਰਟੀਕਲ 51A ਦੇ ਵਿੱਚ। ਫਿਰ ਉਸ ਤੋਂ ਬਾਅਦ ਯੂਨੀਅਨ ਐਗਜ਼ੀਕਿਊਟਿਵ ਆਊਗਾ। ਸੋ ਇਸ ਤਰੀਕੇ ਦੇ ਨਾਲ ਆਪਾਂ ਪਾਰਟਸ ਨੂੰ ਪੜਾਂਗੇ 22 ਤੱਕ, ਉਸ ਤੋਂ ਬਾਅਦ ਫਿਰ 25 ਤੱਕ। ਸਮਝ ਲੱਗ ਰਹੀ ਹੈ? ਸੋ ਇਹ ਕਿਹੜਾ ਪਾਰਟ ਹੈ? ਇਹ ਪਹਿਲਾ ਪਾਰਟ ਹੈ। ਯਾਨੀ ਕਿ ਇੱਥੇ ਆਪਾਂ ਪੌੜੀਆਂ ਜਿਹੜੀਆਂ ਚੜ੍ਹ ਰਹੇ ਹਾਂ, ਉਹ ਆਪਾਂ ਅਨੁਛੇਦ ਵਾਲੀਆਂ ਵੀ ਚੜ੍ਹਨੀਆਂ, ਆਰਟੀਕਲਸ ਵਾਲੀਆਂ ਵੀ ਚੜ੍ਹਨੀਆਂ, ਤੇ ਨਾਲ ਆਪਾਂ ਪਾਰਟਸ ਵਾਲੇ ਵੀ ਚੜ੍ਹਨੀਆਂ। ਆਪਾਂ ਪਾਰਟ ਵੀ ਨਾਲ ਪੜ੍ਹਦੇ ਜਾਵਾਂਗੇ ਵੀ ਇਹ ਕਿਹੜੇ ਪਾਰਟ ਦਾ ਹਿੱਸਾ ਹੈਗਾ। ਸੋ ਆਪਾਂ ਪਹਿਲੇ ਪਾਰਟ ਨੂੰ ਪੜ੍ਹ ਰਹੇ ਹਾਂ। ਪਹਿਲੇ ਪਾਰਟ ਦੇ ਵਿੱਚ ਪਹਿਲੇ 4 ਆਰਟੀਕਲ ਹੈ, ਆਰਟੀਕਲ 1, 2, 3 ਤੇ 4, ਉਹਨਾਂ ਬਾਰੇ ਆਪਾਂ ਚਰਚਾ ਕਰਦੇ ਹਾਂ। ਇਹ ਕਿਹਦੇ ਨਾਲ ਡੀਲ ਕਰਦਾ ਹੈਗਾ? ਆਪਣੀਆਂ ਯੂਨੀਅਨ ਆਫ ਸਟੇਟਸ ਦੇ ਨਾਲ ਡੀਲ ਕਰਦਾ, ਜਿਹਨੂੰ ਆਪਾਂ ਕਹਿੰਦੇ ਆ ਦਾ ਯੂਨੀਅਨ ਐਂਡ ਇਟਸ ਟੈਰੀਟਰੀ। ਦਾ ਯੂਨੀਅਨ ਐਂਡ ਇਟਸ ਟੈਰੀਟਰੀ ਪੁੱਛਿਆ ਜਾ ਸਕਦਾ। ਪਾਰਟ ਫਸਟ ਡੀਲ ਵਿਦ, ਆਪਸ਼ਨ ਦੇ ਵਿੱਚ ਪਿਆ ਹੋਊਗਾ ਯੂਨੀਅਨ ਐਂਡ ਇਟਸ ਟੈਰੀਟਰੀ। ਆਰਟੀਕਲ ਪਹਿਲਾ ਕੀ ਆ? ਆਰਟੀਕਲ ਪਹਿਲੇ ਦੇ ਵਿੱਚ ਨੇਮ ਦਿੱਤਾ ਹੋਇਆ, ਟੈਰੀਟਰੀ ਆਫ ਦਾ ਯੂਨੀਅਨ ਦਿੱਤਾ ਹੋਇਆ। ਕਹਿਣ ਦਾ ਮਤਲਬ ਕੀ ਆ? ਨੇਮ ਐਂਡ ਟੈਰੀਟਰੀ, ਯਾਨੀ ਕਿ ਉਹਦਾ ਨਾਮ, ਯੂਨੀਅਨ ਦਾ ਨਾਮ ਕੀ ਆ, ਤੇ ਉਹਦੀ ਟੈਰੀਟਰੀ, ਉਹਦੀ ਬਾਉਂਡਰੀ ਬਾਰੇ ਜਿਹੜਾ ਦੱਸਿਆ ਹੋਇਆ, ਉਹ ਆਰਟੀਕਲ ਪਹਿਲੇ ਦੇ ਵਿੱਚ ਦੱਸਿਆ ਹੋਇਆਗਾ। ਨੇਮ ਐਂਡ ਟੈਰੀਟਰੀ ਆਫ ਦਾ ਯੂਨੀਅਨ ਆਰਟੀਕਲ ਪਹਿਲਾ ਦੱਸਦਾਗਾ। ਸੋ ਪੁੱਛਿਆ ਜਾ ਸਕਦਾ ਵੀ ਸਟੇਟਸ ਦਾ, ਜਿਵੇਂ ਮੰਨ ਲਓ ਪੰਜਾਬ ਦਾ, ਹਰਿਆਣੇ ਦਾ, ਜਾਂ ਸਟੇਟਸ ਦਾ ਨਾਮ ਬੇਸਿਕਲੀ ਸਟੇਟਸ ਦਾ ਕਿਹੜੇ ਆਰਟੀਕਲ ਦੇ ਵਿੱਚ ਆ? ਆਰਟੀਕਲ ਪਹਿਲੇ ਦੇ ਵਿੱਚ। ਦੂਸਰੇ ਆਰਟੀਕਲ ਦੀ ਜੇਕਰ ਗੱਲ ਕਰੀਏ ਤਾਂ ਦੂਸਰਾ ਆਰਟੀਕਲ ਐਡਮਿਸ਼ਨ ਤੇ ਐਸਟੈਬਲਿਸ਼ਮੈਂਟ ਦੀ ਗੱਲ ਕਰਦਾਗਾ, ਨਿਊ ਸਟੇਟਸ ਦੀ। ਜੇਕਰ ਆਪਾਂ ਨਵੀਆਂ ਸਟੇਟਾਂ ਨੂੰ ਐਡਮਿਟ ਕਰਨਾ ਹੋਵੇ, ਨਵੀਆਂ ਸਟੇਟਾਂ ਦੀ ਐਸਟੈਬਲਿਸ਼ਮੈਂਟ ਕਰਨੀ ਹੋਵੇ, ਤਾਂ ਕਿਹੜੇ ਆਰਟੀਕਲ ਦੇ ਥਰੂ ਕਰਾਂਗੇ? ਆਰਟੀਕਲ 2 ਦੇ ਥਰੂ ਕਰਾਂਗੇ। ਆਰਟੀਕਲ 3 ਆ ਜਿਹੜਾ, ਉਹ ਵੀ ਨਵੀਆਂ ਸਟੇਟਾਂ ਬਣਾਉਂਦਾਗਾ, ਫਾਰਮੇਸ਼ਨ ਆਫ ਨਿਊ ਸਟੇਟਸ ਐਂਡ ਬਾਉਂਡਰੀਜ਼ ਨੂੰ ਅਲਟਰ ਕਰਦਾਗਾ, ਚਾਹੇ ਉਹਨੂੰ ਘਟਾ ਲਓ, ਚਾਹੇ ਵਧਾ ਲਓ, ਚਾਹੇ ਬਦਲ ਦਿਓ। ਅਲਟਰੇਸ਼ਨ ਆਫ ਏਰੀਆ, ਬਾਉਂਡਰੀਜ਼ ਔਰ ਨੇਮ ਆਫ ਐਗਜ਼ਿਸਟਿੰਗ ਸਟੇਟਸ,
यानी कि जेकर नाम भी चेंज करना हो स्टेट का तो वह आर्टिकल 3 के तहत आप करते हैं। इन्होंने पूरी डिटेल के आप पढ़ांगे। आर्टिकल चौथा आ गया। आर्टिकल चौथा की आ लॉज मेड अंडर आर्टिकल 2 ते 3 जोड़ा आप आर्टिकल 2 के पढ़िया आर्टिकल 3 के ओबवियसली गल है तुहानूं ये तो पता लग ही रहा होगा कि आर्टिकल 2 के भी आप न्यू स्टेट्स की गल कर रहे हैं, आर्टिकल 3 के भी आप न्यू स्टेट्स की गल कर रहे हैं। डिफरेंस तो आप पढ़ ही लवेंगे कि आर्टिकल 2 ते 3 के की डिफरेंस है, पर जो चौथा गा वो कहता 2 ते 3 आर्टिकल के थ्रू तुसी जो भी चीज़ करते हो, तुसी जो भी चीज़ करते हो अमेंडमेंट ऑफ द फर्स्ट एंड फोर्थ शेड्यूल एंड सप्लीमेंटल इंसीडेंटल एंड कॉन्सीक्वेंशल मैटर्स। हुण तुहानूं इत्थे चीज़ पल्ले नहीं पई होनी आर्टिकल चौथे की, ये वेट करो जो आर्टिकल मैं चौथा पढ़ाया तुहानूं नाल दी नाल ये चीज़ों का पता लग जाना कि ये मैं इत्थे कहना की चाहना गा। पंजाबी मीडियम नालों खास हदायत है कि पंजाबी मीडियम के भी हैगा, समझने की बस कोशिश करो, सारा कुछ तुहानूं मिल जूगा। आर्टिकल पहले 4 आप पढ़न की हुण यानी कि जी ट्रेन है उन्होंने चलाने आ। पहला आर्टिकल तुहाडे सामने आ रहा। सो आर्टिकल पहला की है डिस्क्राइब करदा अपने इंडिया नूं कि इंडिया की है। इंडिया दैट इज भारत एज अ यूनियन ऑफ स्टेट्स, यानी कि जिहड़ा भारत है वह यूनियन ऑफ स्टेट्स है। यूनियन ऑफ स्टेट्स का मतलब स्टेट्स की यूनियन है रैदर दैन ए फैडरेशन ऑफ स्टेट। हुण फैडरेशन ऑफ स्टेट का मतलब की है यानी कि संघी राज नहीं हैगा, यूनियन ऑफ स्टेट है। फैडरेशन स्टेट का मतलब की होगा जिमें अमेरिका दे विच यूनाइटेड स्टेट्स ऑफ अमेरिका कहने इन्होंने, आप इंडिया तो नहीं कहते यूनाइटेड स्टेट्स ऑफ इंडिया नहीं कहते, आप यूनियन ऑफ स्टेट्स कहने, यानी इत्थे कोआर्डीनेशन काम कर रहे हैं, ये मिलजुल के काम कर दिया। बट यूएसए दे विच की है फैडरेशन ऑफ स्टेट्स, उत्थे स्टेट हर स्टेट का अपना अपना संविधान है, हर स्टेट अपने अपने दे विच सर्वोच्च है, हर स्टेट का अपना अपना कानून है, हर स्टेट की अपनी अपनी सिटीजनशिप है। पर उत्थे दी बजाय अपने इंडिया दे विच यूनियन ऑफ स्टेट्स आप यूनियन एकता ते काम कर रहे हैं, स्टेट्स मिलकर काम कर दी। सो इंडिया नूं डिस्क्राइब किया गया भारत एज अ यूनियन ऑफ स्टेट्स रैदर दैन फेडरेशन ऑफ स्टेट्स। देयर वाज अ यूनैनिमिटी इन द कॉन्स्टिट्यूएंट असैंबली विद रिगार्ड टू द नेम ऑफ द कंट्री। ये डिसएग्रीमेंट सीगा पंजाबी दे विच जदों तुसीं पढ़ोगे होर भी तसल्ली नाल समझ लगूगा कि अनुच्छेद 1 भारत नूं संघ ऑफ स्टेटस की बजाय राज्यां दा संघ कहा गया। संघ ऑफ स्टेट्स नहीं कहा जाता, राज्यां दा संघ कहा जाता, यूनियन ऑफ स्टेट्स कहा जाता। देश के नां के संबंध में कॉन्स्टिट्यूएंट असैंबली जी सी संविधान सभा जी सी उत्थे कोई भी सर्बसम्मति हो नहीं रही सी। क्यों? क्योंकि कोई कहता सी भारत, कोई कहता सी इंडिया, कोई कहता सी भारत, कोई कहता सी इंडिया। तो कुछ मैंबरां ने रवायती नाम भारत का सुझाव दिता तो कुछ ने की दिता कि भाई भारत का जिहड़ा नाम है वो इंडिया होना चाहिए, यानी कि इंग्लिश के आप इंडिया कहने ओबवियसली गल है दी वकालत करते सी। इसलिए संविधान ने दोहां ही रख लिया कि इंडिया दैट इज भारत। पूछा जा सकता क्वेश्चन कि आर्टिकल पहले दे विच इंडिया लिखा होया, भारत लिखा होया जां दोने लिखे होया। तो इंडिया दैट इज भारत दोने लिखे होया तो इहनूं आपां कहने की है यूनियन ऑफ स्टेट्स, यानी कि राज्यां दा संघ, राज्यां दी यूनियन एक दूसरे नाल कोआर्डीनेट होकर काम करते हैं। सो पता लग गया भाई कि पहला आर्टिकल अपनियां स्टेट्स की गल करता है, पहला आर्टिकल जिहड़ा हैगा यूनियन ऑफ स्टेट्स की गल करता है, जिहड़ा आपां कहने भी इंडिया दैट इज भारत। ठीक है, ओके हो गया। सैकेंडली दूसरा एक ही कहता है आर्टिकल पहले ही है, आर्टिकल पहले का दूसरा क्लॉज है, दूसरा पॉइंट है कि कहता है भाई द कंट्री इज डिस्क्राइब्ड एज यूनियन, कंट्री एज डिस्क्राइब्ड एज अ यूनियन, यानी कि जिहड़ी कंट्री है उसनूं यूनियन कहा जाता है। ऑल दो इट्स कॉन्स्टिट्यूशन इज फेडरल इन स्ट्रक्चर, हालांकि ये संविधान ढांचे के मुताबिक तुसीं देखोगे तो यह फैडरल है। क्यों? क्योंकि आप आर्टिकल एक्ट 1935 के नहीं पढ़ते कि फैडरलिज्म आप अपनाया, तो जी स्कीम ऑफ फैडरेशन आप सैलीएंट फीचर के पढ़िया गया कि स्कीम ऑफ फैडरेशन आप कैनेडा तो लई है, जिहदे जी सेंटर है स्ट्रोंग है। फैडरल का मतलब की है सारिਆਂ ਨੂੰ पता होगा, फैडरल का मतलब की है द पावर्स डिस्ट्रीब्यूशन बिटवीन द सेंटर एंड स्टेट्स। इत्थे BR अंबेडकर साहब की कह रहे हैं कि भावें आप कंट्री इंडिया नूं यूनियन ऑफ स्टेट्स कहने, भावें आप इंडिया नूं यूनियन ऑफ स्टेट्स कहने, पर अपने कॉन्स्टिट्यूशन के फैडरल स्ट्रक्चर फिर भी दीनागा, यानी पावर जिहड़ियां वो डिस्ट्रीब्यूट तो कीतियां हुई सेंटर ते स्टेट्स के पावर तो डिस्ट्रीब्यूट कीतियां हुई, पर फिर भी आप इहनूं फैडरेशन ऑफ स्टेट नहीं कहते। उहदा कारण की है उही इत्थे लिखा होया, अकॉर्डिंग टू डॉक्टर BR अंबेडकर द फ्रेज यूनियन ऑफ स्टेट्स
हैज़ बीन प्रेफर्ड टू फैडरेशन ऑफ स्टेट्स, आप यूनियन ऑफ स्टेट्स कहने आ ना कि फैडरेशन ऑफ स्टेट्स, फॉर टू रीजनस, दो रीजन है। पहला की आ, द इंडियन फैडरेशन इज नॉट द रिजल्ट ऑफ एन एग्रीमेंट अमंग द स्टेट्स लाइक द अमेरिकन, यानी अमेरिका दे विच जिहड़ा स्टेट है, अमेरिका दे विच जिहड़ियां स्टेटां हैं उन्हां दे विच एग्रीमेंट होए पिया भी असीं थोड़ी जुरिसडिक्शन दे विच नहीं आउंदे, तुसीं साडी च ना आओ। हरेक स्टेट की अपनी अपनी पावर है, तो कोई भी स्टेट कदों भी किसी को छड्ड सकती है, कोई भी स्टेट कदों भी किसी को छड्ड सकती है अमेरिका दे विच। पर अपने इंडिया दे विच एवें नहीं हैगा, अपने इंडिया दे विच यूनियन ऑफ स्टेट्स है। दूसरा कारण यही कहता गा, द स्टेट्स हैव नो राइट टू सीड फ्रॉम द फेडरेशन। नो राइट टू सीड का मतलब की आ कि राज्यां नूं फेडरेशन तो वख होण दा कोई भी अधिकार नहीं हैगा, कोई भी अधिकार नहीं हैगा। अमेरिका दे विच हैगा, अमेरिका दे विच कोई भी स्टेट कदों भी अमेरिका नूं यानी कि ओह यूनाइटेड स्टेट्स ऑफ अमेरिका उहनूं छड्ड के जा सकदी है। स्टेट कहोगी भी इस दा भई आपदा कंट्री बनाउणा, उत्थे वाद विवाद ऐसा तरह दे बहुत तुहानूं देखण नूं मिलणगे। पर इंडिया दे विच तोड़ मरोड़ जिन्नी मर्जी कर लो, तोड़ मरोड़ का मतलब पंजाब नूं छोटा करके उहदे विचों हरियाणा कढ़ता, हिमाचल कढ़ता, भावें अज भी पंजाब दे विचों गुरदासपुर वाला एरिया कढ़ दो या कोई भी एरिया कढ़ दो, या हरियाणे दे विचों कुछ एरिया कढ़ दो, या मान लो तुसीं कह लो भी किसी भी स्टेट नूं तोड़ मरोड़ के जिवें आंध्र प्रदेश तो तेलंगाना कढ़ता, तोड़ मरोड़ जिन्नी मर्जी कर लो, पर स्टेट्स हैव नो राइट टू सीड फ्रॉम द फेडरेशन। कोई भी स्टेट ये नहीं कह सकती कि मैं अपना अलग ही देश बना लूँ, मैं इंडिया नूं छड्ड दूँ। यूनियन ऑफ स्टेट्स नूं बरकरार रखना पऊगा, इसे नूं कहंदे ने कोआर्डीनेशन। सो अपनी जिहड़ी स्टेट्स आ वो तोड़ मरोड़ जिन्नियां मर्जी जा सकदियां, पर कोआर्डीनेशन के अकॉर्डिंग काम करनगियां, फेडरेशन ऑफ स्टेट्स के मुताबिक नहीं काम करनियां। फेडरेशन ऑफ स्टेट्स के विच स्टेट कोले सुप्रीम पावर चली जाती है तो स्टेट छड्ड के भज जाती है, जिहड़ा कि अमेरिका दे विच। पर अपने फेडरेशन ऑफ स्टेट नहीं हैगा, अपने यूनियन ऑफ स्टेट्स है। सो पूछा जा सकता है कि भाई यूनियन ऑफ स्टेट अपनी इंडिया क्यों है, फेडरेशन ऑफ स्टेट क्यों नहीं हैगी, पूछा जा सकता है, तो पूछा गया भी होया। क्वेश्चन मैं तुहानूं नाल दी नाल ही करा दिंदा। ये यूपीएससी का क्वेश्चन है, बहुत ही तगड़ा, बहुत वधिया लैवल का क्वेश्चन पूछा गया सीगा। हुण तुसीं आराम नाल कर दोगे। की कहंदा गा कि द फ्रेज जिहड़ा कि यूनियन ऑफ स्टेट्स है वो यूज़ किया गया आर्टिकल पहले के तहत, हैज़ बीन यूज्ड इन आर्टिकल 1 ऑफ द इंडियन कॉन्स्टिट्यूशन ऑल्दो इट इज़ फेडरल स्ट्रक्चर। हालांकि इंडिया दे विच आपां फेडरल स्ट्रक्चर देखते हैं, पर फिर भी आपां इहनूं यूनियन ऑफ स्टेट्स कहने ना कि फेडरेशन ऑफ स्टेट्स। क्यों? कारण पहला, द इंडियन फेडरेशन जिहड़ी इंडियन फेडरेशन है वो रिजल्ट नहीं हैगी एग्रीमेंट अमंग द स्टेट्स, यानी स्टेट्स दे विच कोई भी एग्रीमेंट नहीं होया पिया कि भाई साडी सर्वोच्च असीं अपने आप च सर्वोच्च है। इंडिया दे विच एग्रीमेंट नहीं होया। इंडिया दे विच याद करो प्रिंसली स्टेट नूं की कहा सीगा कि थोड़ी मर्जी है तुसीं इंडिया दे विच आ जाओ, थोड़ी मर्जी है तुसीं पाकिस्तान च चले जाओ, थोड़ी मर्जी है तुसीं आज़ाद रहो। तो उन्होंने एग्रीमेंट नहीं सीगा, उन्होंने अपनी मर्जी सी, वो इंडिया दे विच आके रहे आ, कुछ जेडे पाकिस्तान दे विच जाके रह गए। सो कहने का मतलब इट इज़ नॉट एन द एग्रीमेंट, इट इज़ नॉट एन एग्रीमेंट अमंग द स्टेट्स। द इंडियन फेडरेशन इज नॉट द रिजल्ट ऑफ एन एग्रीमेंट। पहला ऑप्शन इहदा राइट बनता। द स्टेट्स हैव नो राइट टू सीड फ्रॉम द फेडरेशन। देखो एज इट इज़ लाइन आ गई, द स्टेट्स हैव नो राइट टू सीड फ्रॉम द फेडरेशन, यानी जिहड़ियां स्टेट्स है उन्होंने कोई भी राइट नहीं हैगा कि वो फेडरेशन नूं छड्ड सकण। फेडरेशन उन्होंने बना के रखना पऊगा। पावर्स जिहड़ियां डिस्ट्रीब्यूट कीतियां गईयां गईयां उन्हां दी लिमिट आ जिहड़ी उन्होंने क्रॉस कदे नहीं करन दित्ती जाऊगी। सेंटर दी पावर अड्ड आ, स्टेट्स दी पावर अड्ड आ, पर फेडरेशन ऑफ स्टेट्स नहीं जिवें अमेरिका दे विच है। सुप्रीम कोर्ट अपनी एक ही है तो बाकी दोने कोआर्डीनेशन होकर काम करते हैं। कोआर्डीनेशन का मतलब दोने मिलजुल के काम करते। सो दोनों स्टेटमेंट है करैक्ट, आप हुणी पढ़ के हटिया। सो पहला तो दूसरा यानी कि सी ऑप्शन इधर राइट बनूगा। पल्ले पैगी एवं क्वेश्चन पूछा जा सकता है, यह भी पूछा जा सकता है कि अकॉर्डिंग टू डॉक्टर BR अंबेडकर की स्टेटमेंट है, तो आ स्टेटमेंट आ सकती है कि द्वारा स्टेटमेंट कही गई। ऑप्शन के डॉक्टर BR अंबेडकर भी पिया हो सकता है कि ये तो चीज़ पल्ले पैगी। ठीक है, सो यह आंकड़ा आर्टिकल पहला हो गया। आर्टिकल पहले दे विच यूनियन ऑफ स्टेट्स बारे दस्या होया। यूनियन ऑफ स्टेट्स है ना कि फेडरेशन ऑफ स्टेट्स है। हुण आपां आर्टिकल दूसरे बारे पढ़ते हैं, बहुत सोहना। आर्टिकल दूसरा पार्लीमेंट नूं पावर दिंदा है। पार्लीमेंट नूं आर्टिकल दूसरा पावर दिंदा गा, की कहंदा गा,
to admit into the Union of India or establish new states on such terms and conditions as it thinks fit। अनुच्छेद 2 संसद ਨੂੰ ਭਾਰਤ ਸੰਘ ਵਿੱਚ ਹੋਣ ਜਾਂ ਅਜਿਹੇ ਨਿਯਮਾਂ ਅਤੇ ਸ਼ਰਤਾਂ ਤੇ ਨਵੇਂ ਰਾਜਾਂ ਨੂੰ ਸਥਾਪਿਤ ਕਰਨ ਦਾ ਅਧਿਕਾਰ ਦਿੰਦਾਗਾ ਜਿਵੇਂ ਉਹ ਫਿੱਟ ਹੋ ਸਕਦਾ ਹੈ ਜਾਂ ਉਹ ਜਿਵੇਂ ਫਿੱਟ ਸਮਝਦਾਗਾ। ਕਹਿਣ ਦਾ ਮਤਲਬ ਕੀ ਆ ਕਿ ਜੇਕਰ ਤੁਹਾਨੂੰ ਕੁਐਸਚਨ ਪੁੱਛਿਆ ਜਾਵੇ ਕਿ ਆਪਾਂ ਨਵੀਂ ਸਟੇਟ ਬਣਾਉਣੀ ਆ, ਇਹ ਨਵੀਂ ਸਟੇਟ ਬਣਾਉਣ ਦੇ ਲਈ ਤਾਕਤ ਕਿਹਦੇ ਕੋਲੇ ਆ? ਪ੍ਰੈਜ਼ੀਡੈਂਟ ਕੋਲੇ ਆ, ਪ੍ਰਾਈਮ ਮਿਨਿਸਟਰ ਕੋਲੇ ਆ, ਪਾਰਲੀਮੈਂਟ ਕੋਲੇ ਆ ਜਾਂ ਵਾਈਸ ਪ੍ਰੈਜ਼ੀਡੈਂਟ ਕੋਲੇ ਆ? ਤਾਂ ਕਿਹਦੇ ਕੋਲੇ ਆ? ਪਾਰਲੀਮੈਂਟ ਕੋਲੇ ਆ। ਯਾਨੀ ਆਰਟੀਕਲ 2 ਹੈ ਪਾਰਲੀਮੈਂਟ ਨੂੰ ਪਾਵਰ ਦਿੰਦਾ ਕਿ ਤੁਸੀਂ ਐਡਮਿਟ ਇਨਟੂ ਦਾ ਯੂਨੀਅਨ ਆਫ ਇੰਡੀਆ ਐਡਮਿਸ਼ਨ ਦੇ ਸਕਦੇ ਹੋ, ਐਡਮਿਸ਼ਨ ਦੇ ਸਕਦੇ ਹੋ ਕਿਸੇ ਵੀ ਨਿਊ ਸਟੇਟ ਨੂੰ, ਕਿਸੇ ਵੀ ਨਿਊ ਸਟੇਟ ਨੂੰ। ਹੁਣ ਉਹ ਨਿਊ ਸਟੇਟ ਕਿਹੜੀ ਹੋਊਗੀ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਾਂਗਾ। ਹਾਲਾਂਕਿ ਆਰਟੀਕਲ 3 ਵੀ ਇਹੀ ਕਹਿੰਦਾਗਾ ਵੀ ਆਰਟੀਕਲ 3 ਵੀ ਫਾਰਮੇਸ਼ਨ ਆਫ ਨਿਊ ਸਟੇਟ ਦੀ ਗੱਲ ਕਰਦਾ। ਇਹਦਾ ਮਤਲਬ ਆਪਾਂ ਨੂੰ ਆਰਟੀਕਲ 2 ਤੇ 3 ਦੇ ਵਿੱਚ ਫਰਕ ਦਾ ਪਤਾ ਲੱਗਣਾ ਚਾਹੀਦਾਗਾ। ਹੁਣ ਮੈਂ ਤੁਹਾਨੂੰ ਸਮਝਾਉਂਗਾ ਫਰਕ। ਸੋ ਦਸ ਆਰਟੀਕਲ 2 ਗ੍ਰਾਂਟਸ 2 ਪਾਵਰਸ ਟੂ ਦਾ ਪਾਰਲੀਮੈਂਟ। ਆਰਟੀਕਲ ਦੂਸਰਾ ਜਿਹੜਾ ਇਹ ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਪਾਰਲੀਮੈਂਟ ਨੂੰ ਤਾਕਤ ਦਿੰਦਾ ਕਿ ਭਾਈ ਤੁਸੀਂ ਨਵੀਂ ਸਟੇਟ ਐਸਟੈਬਲਿਸ਼ ਕਰ ਸਕਦੇ ਹੋ, ਐਡਮਿਟ ਕਰ ਸਕਦੇ ਹੋ, ਐਡਮਿਸ਼ਨ ਦੇ ਸਕਦੇ ਹੋ। ਐਡਮਿਟ ਐਂਡ ਐਸਟੈਬਲਿਸ਼ਮੈਂਟ ਆਫ ਦਾ ਨਿਊ ਸਟੇਟਸ, ਇਹ ਤਾਂ ਆਪਾਂ ਨੂੰ ਪਤਾ ਲੱਗ ਗਿਆ। ਦੋ ਤਾਕਤਾਂ ਦਿੰਦਾ। ਪਹਿਲੀ ਕੀ ਹੈ? ਦ ਪਾਵਰ ਟੂ ਐਡਮਿਟ ਇਨਟੂ ਯੂਨੀਅਨ ਆਫ ਇੰਡੀਆ, ਯੂਨੀਅਨ ਆਫ ਇੰਡੀਆ ਨਿਊ ਸਟੇਟਸ। ਐਂਡ ਦੂਸਰੀ ਕੀ ਆ? ਐਸਟੈਬਲਿਸ਼। ਯਾਨੀ ਕਿ ਐਡਮਿਟ ਤੇ ਐਸਟੈਬਲਿਸ਼ ਦੇ ਵਿੱਚ ਵੀ ਫਰਕ ਹੋਊਗਾ, ਐਡਮਿਟ ਤੇ ਐਸਟੈਬਲਿਸ਼ ਦੇ ਵਿੱਚ ਵੀ ਫਰਕ ਹੋਊਗਾ। ਹੁਣ ਸਿੰਪਲ ਜੀ ਗੱਲ ਹੈ, ਤੁਸੀਂ ਐਡਮਿਸ਼ਨ ਕਦੋਂ ਦਿੰਦੇ ਹੋ? ਕਿਸੇ ਵੀ ਬੰਦੇ ਨੂੰ ਆਪਾਂ ਐਡਮਿਸ਼ਨ ਦੇਣੀ ਹੋਵੇ, ਇਹਦਾ ਮਤਲਬ ਉਹ ਬੰਦਾ ਕਿਤੇ ਨਾ ਕਿਤੇ ਐਗਜ਼ਿਸਟ ਕਰਦਾ, ਕਿਤੇ ਨਾ ਕਿਤੇ ਐਗਜ਼ਿਸਟ ਕਰਦਾ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਸਮਝਾਉਣਾ ਕਿ ਜਿਹੜਾ ਪਹਿਲਾ ਕਲੌਜ਼ ਹੈ, ਪਹਿਲਾ ਕਲੌਜ਼ ਕੀ ਕਹਿੰਦਾਗਾ? ਦ ਫਸਟ ਰੈਫਰਸ ਟੂ ਦ ਐਡਮਿਸ਼ਨ ਆਫ ਸਟੇਟਸ ਵਿਚ ਆਰ ਆਲਰੇਡੀ ਇਨ ਐਗਜ਼ਿਸਟੈਂਸ, ਜਿਹੜੇ ਕਿ ਆਲਰੇਡੀ ਐਗਜ਼ਿਸਟੈਂਸ ਦੇ ਵਿੱਚ ਹੈਗੀਆਂ। ਤੇ ਜਿਹੜਾ ਸੈਕੰਡ ਹੈ ਉਹ ਕਰਦਾਗਾ ਐਸਟੈਬਲਿਸ਼ਮੈਂਟ ਆਫ ਸਟੇਟਸ ਵਿਚ ਵਰ ਨਾਟ ਐਗਜ਼ਿਸਟੈਂਸ ਬਿਫੋਰ। ਹੁਣ ਇਸ ਚੀਜ਼ ਨੂੰ ਸਮਝਣਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇੱਥੋਂ ਕੁਐਸਚਨ ਬਹੁਤ ਤਰ੍ਹਾਂ ਦੇ ਪੁੱਛੇ ਜਾ ਸਕਦੇ ਆ। ਆਰਟੀਕਲ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਸਮਝੋ ਤਾਂ ਕਿ ਆਰਟੀਕਲ ਤੀਜਾ ਵੀ ਸਮਝ ਲੱਗ ਸਕੇ। ਮੈਂ ਨਾਲ ਇੱਥੇ ਆਰਟੀਕਲ ਤੀਜੇ ਦੀ ਵੀ ਐਗਜ਼ਾਮਪਲਾਂ ਦਊਂਗਾ, ਫਿਰ ਤੁਹਾਨੂੰ ਪਤਾ ਲੱਗ ਜਾਊ। ਹੁਣ ਫੋਰ ਐਗਜ਼ਾਮਪਲ ਆਪਾਂ ਗੱਲ ਕਰਦੇ ਹਾਂ ਕਿ ਮੰਨ ਲਓ ਆਪਾਂ ਨਕਸ਼ੇ ਦੇ ਵਿੱਚ ਦੇਖਦੇ ਹਾਂ ਕਿ ਜੰਮੂ ਕਸ਼ਮੀਰ ਦਾ ਜਿਹੜਾ ਉੱਪਰਲਾ ਕੁਛ ਹਿੱਸਾ ਹੈਗਾ ਉਹਨੂੰ ਆਪਾਂ POK ਕਹਿੰਦੇ ਆ। POK ਦਾ ਮਤਲਬ ਪਾਕਿਸਤਾਨ ਆਕਿਊਪਾਈਡ ਕਸ਼ਮੀਰ, ਪਾਕਿਸਤਾਨ ਆਕਿਊਪਾਈਡ ਕਸ਼ਮੀਰ। ਸਿੰਪਲ ਜੀ ਗੱਲ ਹੈ, ਪਾਕਿਸਤਾਨ ਆਕਿਊਪਾਈਡ ਕਸ਼ਮੀਰ ਆਪਾਂ ਇੰਡੀਆ ਦੀ ਸਰਕਾਰ ਕਹਿੰਦੀ ਵੀ ਉਹ ਇੰਡੀਆ ਦਾ ਪਾਰਟ ਹੈ, ਇਹ ਆਪਾਂ ਨੂੰ ਪਤਾ ਗਾ। ਪਰ ਫਿਲਹਾਲ ਕਿਹਦੇ ਕੋਲੇ ਆ? ਉਹ ਪਾਕਿਸਤਾਨ ਕੋਲੇ। ਇਹਦਾ ਮਤਲਬ ਉਹ ਪਾਕਿਸਤਾਨ ਦਾ ਪਾਰਟ ਹੋ ਗਿਆ। ਪਾਕਿਸਤਾਨ ਜਦੋਂ ਤੇ ਹੱਕ ਜਮਾਈ ਬੈਠਾ, ਜਦੋਂ ਉਹਨੂੰ ਜਬਰਨ ਲਈ ਬੈਠਾ, ਤੇ ਇਹਦਾ ਮਤਲਬ ਉਹ ਪਾਕਿਸਤਾਨ ਕੋਲੇ। ਹਾਂ ਹੈਗਾ ਆਪਣਾ, ਇਹ ਆਪਾਂ ਅੱਜ ਵੀ ਕਹਿੰਦੇ ਆ, ਕਹਿੰਦੇ ਵੀ ਰਹਾਂਗੇ, ਰਾਈਟ। ਹੈਗਾ ਆਪਣਾ ਪਰ ਫਿਲਹਾਲ ਉੱਤੇ ਪਾਕਿਸਤਾਨ ਦਾ ਰਾਜ ਹੈ। ਮੰਨ ਲਓ ਹੋ ਗਈ ਲੜਾਈ, ਜਦੋਂ ਲੜਾਈ ਹੋ ਗਈ, ਜਦੋਂ ਵੀ ਲੜਾਈ ਹੋ ਗਈ ਤਾਂ ਇਹਦਾ ਮਤਲਬ ਉਹ ਪਾਰਟ ਆਪਾਂ ਜਿੱਤ ਲਿਆ, ਉਹ ਪਾਰਟ ਆਪਾਂ ਜਿੱਤ ਲਿਆ। ਸਿੰਪਲ ਜੀ ਗੱਲ ਹੈ, ਜਦੋਂ ਉਹ ਪਾਰਟ ਆਪਾਂ ਜਿੱਤ ਲਿਆ ਇਹਦਾ ਮਤਲਬ ਜਿਹੜਾ ਹਿੱਸਾ ਆਪਣੇ ਕੋਲੇ ਨਹੀਂ ਸੀ, ਜਿਹੜਾ ਪਹਿਲਾਂ ਐਗਜ਼ਿਸਟ ਨਹੀਂ ਕਰਦਾ ਸੀ, ਜਿਹੜਾ ਪਹਿਲਾਂ ਆਪਣੇ ਕੋਲੇ ਹਿੱਸਾ ਨਹੀਂ ਸੀ, ਉਹ ਅੱਜ ਆਪਾਂ ਜਿੱਤ ਕੇ ਲੈ ਲਿਆ, ਉਹ ਆਪਾਂ ਅੱਜ ਜਿੱਤ ਕੇ ਲੈ ਲਿਆ, ਉਹ ਆਪਾਂ ਅੱਜ ਜਿੱਤ ਕੇ ਲੈ ਲਿਆ। ਇਹਦਾ ਮਤਲਬ ਆਪਾਂ ਉਹਦੀ ਐਸਟੈਬਲਿਸ਼ਮੈਂਟ ਕਰਤੀ। ਐਸਟੈਬਲਿਸ਼ ਨਿਊ ਸਟੇਟ, ਕਿਸੇ ਵੀ ਬਾਉਂਡਰੀ ਨੂੰ, ਨਵੀਂ ਬਾਉਂਡਰੀ ਨੂੰ ਆਪਾਂ ਐਸਟੈਬਲਿਸ਼ ਕਰਨਾ, ਉਹਨੂੰ ਆਪਾਂ ਸਟੇਟ ਦਾ ਦਰਜਾ ਦੇਤਾ। ਮੰਨ ਲਓ ਕੋਈ ਥਾਂ ਮੈਂ ਜਿੱਤ ਕੇ ਉਹਨੂੰ ਸਟੇਟ ਦਾ ਦਰਜਾ ਦੇਤਾ, ਇਹਦਾ ਮਤਲਬ ਮੈਂ ਐਸਟੈਬਲਿਸ਼ਮੈਂਟ ਕਰਤੀ। ਐਸਟੈਬਲਿਸ਼ਮੈਂਟ ਆਫ ਨਿਊ ਸਟੇਟ ਇਹਨੂੰ ਕਹਿੰਦੇ ਆ। ਜਿਹੜੀ ਚੀਜ਼ ਐਗਜ਼ਿਸਟ ਨਹੀਂ ਕਰਦੀ ਉਹਨੂੰ ਐਗਜ਼ਿਸਟ ਕਰਕੇ ਆਪਾਂ ਸਟੇਟ ਬਣਾਤਾ, ਇਹਦਾ ਮਤਲਬ ਐਸਟੈਬਲਿਸ਼ਮੈਂਟ ਆਫ ਨਿਊ ਸਟੇਟ ਹੋ ਗਿਆ, ਐਸਟੈਬਲਿਸ਼ਮੈਂਟ। ਪਰ ਜਿਹੜੀ ਪਹਿਲੀ ਪਾਵਰ ਹੈ, ਪਹਿਲੀ ਪਾਵਰ ਐਡਮਿਟ ਦੀ ਹੈ, ਐਡਮਿਸ਼ਨ ਦੀ ਹੈ, ਐਡਮਿਸ਼ਨ ਇਨਟੂ ਦਾ ਯੂਨੀਅਨ ਆਫ ਇੰਡੀਆ। ਆਪਾਂ ਯੂਨੀਅਨ ਆਫ ਇੰਡੀਆ ਦੇ ਵਿੱਚ ਐਡਮਿਸ਼ਨ ਦੇਣੀ ਆ ਉਹਨੂੰ, ਯੂਨੀਅਨ ਆਫ ਇੰਡੀਆ ਦੇ ਵਿੱਚ ਐਡਮਿਸ਼ਨ ਦੇਣੀ ਆ। ਹੁਣ ਇਹਦੀ ਐਗਜ਼ਾਮਪਲ ਸਮਝ ਲਓ, ਯਾਦ ਹੋ ਤੁਹਾਡੇ ਸਿੱਕਮ ਵਾਲਾ, ਸਿੱਕਮ ਦਾ ਜਿਹੜਾ ਏਰੀਆ ਸੀ ਉਹ ਇੱਕ ਰਾਜਾ ਉਤੇ ਰਾਜ ਕਰ ਰਿਹਾ ਸੀਗਾ, ਇੰਡੀਆ ਬਣ ਚੁੱਕਿਆ ਸੀ ਆਪਣਾ। ਤੇ ਸਿੱਕਮ ਦੇ ਜਿਹੜੇ ਸੀਗੇ, ਆਪਾਂ ਜਦੋਂ ਰੈਫਰੈਂਡਮ ਪੜ੍ਹਿਆ ਸੀ ਉਦੋਂ ਮੈਂ ਦੱਸਿਆ ਸੀ ਕਿ ਸਿੱਕਮ ਦੇ ਜਿਹੜੇ ਲੋਕ ਸੀ ਉਹ ਇੰਡੀਆ ਦੇ ਵਿੱਚ ਜਾਣਾ ਚਾਹੁੰਦੇ ਸੀ ਤੇ ਉੱਥੇ ਰਾਜੇ ਨੇ ਰੈਫਰੈਂਡਮ ਕਰਵਾ ਲਿਆ। ਰੈਫਰੈਂਡਮ ਕਰਵਾਇਆ ਤਾਂ ਉਹ ਕਹਿੰਦੇ ਭਾਈ ਹਾਂ ਜੀ ਅਸੀਂ ਇੰਡੀਆ ਦੇ ਵਿੱਚ ਜਾਣਾ ਚਾਹੁੰਦੇ ਹਾਂ। ਸੋ ਇੰਡੀਆ ਦੇ ਵਿੱਚ ਸਿੱਕਮ ਨੂੰ ਮਿਲਾ ਲਿਆ, ਪਰ ਸਿੱਕਮ ਆ ਜਿਹੜਾ ਉਹ ਆਲਰੇਡੀ ਐਗਜ਼ਿਸਟੈਂਸ ਦੇ ਵਿੱਚ ਸੀ, ਉਹ ਸਟੇਟ ਸੀ ਆਲਰੇਡੀ,
ਉਹ ਪਹਿਲਾਂ ਹੀ ਸਟੇਟ ਇੱਕ ਸੀ, ਆਲਰੇਡੀ ਐਗਜ਼ਿਸਟੈਂਸ ਸਟੇਟ ਸੀ, ਉਹਨੂੰ ਆਪਾਂ ਇੰਡੀਆ ਦੇ ਵਿੱਚ ਮਿਲਾਇਆ। ਇੰਡੀਆ ਦੇ ਵਿੱਚ ਮਿਲਾਉਣ ਦਾ ਮਤਲਬ ਉਹਨੂੰ ਆਪਾਂ ਐਡਮਿਸ਼ਨ ਦਿੱਤੀ ਹੈ। ਮੰਨ ਲਓ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਭਰਤੀ ਹੋਣ ਜਾ ਰਹੇ ਹੋ, ਜੇਕਰ ਤੁਸੀਂ 10ਵੀਂ ਦੇ ਵਿੱਚ ਭਰਤੀ ਹੋਗੇ ਤਾਂ ਇਹਦਾ ਮਤਲਬ ਤੁਸੀਂ 9ਵੀਂ ਤੱਕ ਪੜ੍ਹੇ ਹੋਏ ਹੋ, ਤੁਹਾਡੇ ਕੋਲ 9ਵੀਂ ਤੱਕ ਦਾ ਸਰਟੀਫਿਕੇਟ ਤਾਂ ਹੈਗਾ, ਤਾਂ ਤੁਹਾਨੂੰ 10ਵੀਂ ਦੇ ਵਿੱਚ ਸਰਟੀਫਿਕੇਟ ਯਾਨੀ ਕਿ 10ਵੀਂ ਦੇ ਵਿੱਚ ਤੁਹਾਨੂੰ ਭਰਤੀ ਕਰ ਐਡਮਿਸ਼ਨ ਤੁਹਾਨੂੰ ਮਿਲ ਜੂਗੀ। ਪਰ ਜੇ ਮੰਨ ਲਓ ਤੁਸੀਂ ਪੜ੍ਹੇ ਹੀ ਨਹੀਂ, ਯਾਨੀ ਕਿ ਜਵਾਕ ਅਜੇ ਹੋਇਆ ਹੀ ਨਹੀਂ, ਤਾਂ ਪਹਿਲਾਂ ਤੁਸੀਂ ਜਵਾਕ ਜੰਮੋਗੇ, ਫਿਰ ਉਹਨੂੰ ਐਸਟੈਬਲਿਸ਼ ਕਰੋਗੇ, ਫਿਰ ਉਹਦੀ ਐਸਟੈਬਲਿਸ਼ਮੈਂਟ ਕਰੋਗੇ। ਸਮਝ ਲੱਗ ਰਹੀ ਹੈ? ਤਾਂ ਇਹ ਆਰਟੀਕਲ 2 ਦੇ ਤਹਿਤ ਆਪਾਂ ਕਰਦੇ ਹਾਂ। ਕਾਫੀ ਟੀਚਰ ਹੈ ਜਿਹੜੇ ਆਰਟੀਕਲ 2 ਦੇ ਤਹਿਤ ਤੁਹਾਨੂੰ ਕਹਿ ਦੇਣਗੇ ਕਿ ਆਂਧਰਾ ਪ੍ਰਦੇਸ਼ ਆ ਜਿਹੜਾ, ਉਹਦੇ ਵਿੱਚੋਂ ਜਿਹੜਾ ਤੇਲੰਗਾਨਾ ਕੱਢਿਆਗਾ ਆਪਾਂ, ਉਹ ਆਪਾਂ ਆਰਟੀਕਲ 2 ਦੇ ਵਿੱਚ ਕੱਢਿਆਗਾ। ਨਹੀਂ, ਉਹ ਆਪਾਂ ਆਰਟੀਕਲ 3 ਦੇ ਵਿੱਚ ਕੱਢਾਂਗੇ। ਤੁਹਾਨੂੰ ਵੀ ਪਤਾ ਲੱਗੂਗਾ ਜਦੋਂ ਆਪਾਂ ਆਰਟੀਕਲ 3 ਨੂੰ ਪੜਾਂਗੇ, ਫਿਰ ਤੁਹਾਨੂੰ ਆਪਣੇ ਆਪ ਆਈਡੀਆ ਹੋਊਗਾ ਕਿ ਹਾਂਜੀ ਆਰਟੀਕਲ 3 ਦੇ ਥਰੂ ਆਪਾਂ ਆਂਧਰਾ ਪ੍ਰਦੇਸ਼ ਚੋਂ ਤੇਲੰਗਾਨਾ ਕੱਢਿਆਗਾ, ਆਰਟੀਕਲ 2 ਦੇ ਤਹਿਤ ਆਪਾਂ ਐਸਟੈਬਲਿਸ਼ ਕਰਦੇ ਆ ਜਾਂ ਆਪਾਂ ਐਡਮਿਟ ਕਰਦੇ ਆ। ਜੇ ਤੁਹਾਨੂੰ ਕਦੇ ਵੀ ਸਿੱਕਮ ਪੁੱਛਿਆ ਜਾਵੇ ਕਿ ਸਿੱਕਮ ਨੂੰ ਜੇਕਰ ਮੰਨ ਲਓ ਅੱਜ ਦੇ ਟਾਈਮ ਦੇ ਮੁਤਾਬਕ ਆਪਾਂ ਦੇਖਣਾ ਹੋਵੇ ਕਿ ਕਿਹੜੇ ਆਰਟੀਕਲ ਦੇ ਥਰੂ ਉਹ ਸ਼ਾਮਲ ਕੀਤਾ ਜਾ ਸਕਦਾ ਸੀ, ਤਾਂ ਉਹ ਆਰਟੀਕਲ 2 ਦੇ ਤਹਿਤ ਸ਼ਾਮਲ ਕੀਤਾ ਜਾ ਸਕਦਾ ਸੀ, ਕਿਉਂਕਿ ਆਪਾਂ ਉਹਨੂੰ ਐਡਮਿਟ ਕਰਨਾ ਸੀ, ਐਡਮਿਟ ਇਨਟੂ ਦਾ ਯੂਨੀਅਨ ਆਫ ਇੰਡੀਆ। ਤਾਂ ਇਹ ਚੀਜ਼ ਪਤਾ ਲੱਗ ਗਈ। ਇਸੇ ਕਰਕੇ ਲਿਖਿਆ ਹੋਇਆ ਕਿ ਜਿਹੜਾ ਐਡਮਿਟ ਆ, ਯਾਨੀ ਪਹਿਲਾ ਜਿਹੜਾ ਕਲੌਜ਼ ਆ, ਉਹ ਰੈਫਰ ਕਰਦਾਗਾ ਐਡਮਿਸ਼ਨ ਆਫ ਦਾ ਸਟੇਟਸ, ਐਡਮਿਸ਼ਨ ਦੇਣੀ ਹੈ ਸਟੇਟਸ ਨੂੰ ਜਿਹੜੀ ਆਲਰੇਡੀ ਐਗਜ਼ਿਸਟੈਂਸ ਦੇ ਵਿੱਚ ਆ, ਜਿਵੇਂ ਕਿ ਸਿੱਕਮ। ਵਾਈਲ ਦ ਸੈਕੰਡ ਰੈਫਰਸ ਟੂ ਦਾ ਐਸਟੈਬਲਿਸ਼ਮੈਂਟ ਆਫ ਦਾ ਸਟੇਟਸ, ਸਟੇਟ ਨੂੰ ਐਸਟੈਬਲਿਸ਼ ਕਰਨਾ ਜਿਹੜੀ ਕਿ ਐਗਜ਼ਿਸਟੈਂਸ ਦੇ ਵਿੱਚ ਪਹਿਲਾਂ ਨਹੀਂ ਸੀਗੀ। ਜਿਵੇਂ ਕਿ ਆਪਾਂ ਕਿਸੇ ਵੀ ਏਰੀਆ ਨੂੰ ਜਿੱਤ ਕੇ ਉਹਨੂੰ ਇੰਡੀਆ ਦੇ ਵਿੱਚ ਮਿਲਾ ਲਿਆ, ਫਿਰ ਉਹਨੂੰ ਆਪਾਂ ਸਟੇਟ ਬਣਾਤਾ। ਸੋ ਇਹ ਚੀਜ਼ ਆਪਾਂ ਆਰਟੀਕਲ 2 ਦੇ ਤਹਿਤ ਕਰਦੇ ਆ। ਪਹਿਲਾਂ ਰਾਜਾਂ ਦਾ ਦਾਖਲੇ ਦਾ ਭਾਵ ਜੋ ਪਹਿਲਾਂ ਹੀ ਮੌਜੂਦ ਹੈ, ਜਦ ਕਿ ਦੂਸਰਾ ਜਿਹੜਾ ਕਲੌਜ਼ ਹੈ ਉਹ ਕੀ ਕਹਿੰਦਾਗਾ, ਉਹਨਾਂ ਰਾਜਾਂ ਦੀ ਸਥਾਪਨਾ ਕਰਦਾਗਾ ਜਿਹੜੇ ਮੌਜੂਦ ਨਹੀਂ ਹਨ। ਸਿੰਪਲ ਹੋ ਗਿਆ, ਸਮਝ ਲੱਗ ਗਈ। ਹੁਣ ਆਪਾਂ ਆਰਟੀਕਲ ਤੀਸਰੇ ਦੀ ਗੱਲ ਕਰਾਂਗੇ। ਅੱਛਾ, ਇੱਥੇ ਯਾਦ ਕਰ ਲਓ ਕਿ ਜਿਹੜਾ ਆਰਟੀਕਲ ਦੂਸਰਾ ਗਾ ਰਿਲੇਟਸ ਟੂ ਦਾ ਐਡਮਿਸ਼ਨ ਔਰ ਐਸਟੈਬਲਿਸ਼ਮੈਂਟ ਆਫ ਨਿਊ ਸਟੇਟਸ that are not part of the union of India। ਹਾਂ, ਐਡਮਿਸ਼ਨ ਤੇ ਐਸਟੈਬਲਿਸ਼ਮੈਂਟ ਉਸੇ ਦੇ ਹੀ ਕਰੂਗਾ ਜਿਹੜੀ ਕਿ ਯੂਨੀਅਨ ਆਫ ਇੰਡੀਆ ਦਾ ਪਾਰਟ ਨਹੀਂ। ਇਹ ਤਾਂ ਓਬਵੀਅਸਲੀ ਗੱਲ ਹੈ। ਜੇਕਰ ਆਪਾਂ ਐਡਮਿਸ਼ਨ ਦੀ ਗੱਲ ਵੀ ਕਰਦੇ ਹਾਂ ਸਿੱਕਮ ਦੀ, ਸਿੱਕਮ ਯੂਨੀਅਨ ਆਫ ਇੰਡੀਆ ਦਾ ਪਾਰਟ ਤਾਂ ਨਹੀਂ ਸੀ ਨਾ, ਤਾਂ ਹੀ ਤਾਂ ਆਪਾਂ ਉਹਨੂੰ ਯੂਨੀਅਨ ਆਫ ਇੰਡੀਆ ਦਾ ਪਾਰਟ ਬਣਾਇਆ, ਐਡਮਿਸ਼ਨ ਦਿੱਤੀ ਆ। ਪਹਿਲਾਂ ਤਾਂ ਇਸ ਸਕੂਲ ਦਾ ਨਹੀਂ ਸੀ ਨਾ। ਜੇ ਤੋਂ ਮੰਨ ਲਓ ਤੁਸੀਂ ਇੱਕ ਸਕੂਲ ਦੇ ਵਿੱਚ ਹੀ ਹੋ, ਜਦੋਂ ਤੁਸੀਂ 9ਵੀਂ 'ਚ ਹੋਗੇ ਤਾਂ 10ਵੀਂ 'ਚ ਹੋ ਜਾਓਗੇ ਉਸੇ ਸਕੂਲ ਦੇ ਵਿੱਚ ਹੀ, ਠੀਕ ਹੈ ਨਾ। ਕਿਸੇ ਹੋਰ ਸਕੂਲ ਦੇ ਵਿੱਚ ਜਾ ਕੇ ਭਰਤੀ ਹੋਣਾ, ਫਿਰ ਤੁਹਾਨੂੰ ਐਡਮਿਸ਼ਨ ਲੈਣੀ ਪਊਗੀ। ਕਹਿਣ ਦਾ ਮਤਲਬ ਆਰਟੀਕਲ 2 ਦੇ ਵਿੱਚ ਆਪਾਂ ਐਸਟੈਬਲਿਸ਼ਮੈਂਟ ਕਰੀਏ ਜਾਂ ਐਡਮਿਸ਼ਨ ਕਰੀਏ, ਕਰਦੇ ਉਸੇ ਦੀ ਹੀ ਆ ਜਿਹੜੇ ਇੰਡੀਆ ਦਾ ਪਾਰਟ ਨਹੀਂ ਹੈਗੇ। ਇਹ ਚੀਜ਼ ਕਹਿਣੀ ਚਾਹ ਰਿਹਾ ਹੈਗਾ। ਕੀ ਕਹਿੰਦਾਗਾ ਕਿ ਆਰਟੀਕਲ ਦੂਸਰਾ ਯਾਨੀ ਕਿ ਅਨੁਛੇਦ ਦੂਸਰਾ ਨਵੇਂ ਰਾਜਾਂ ਦੇ ਦਾਖਲੇ ਜਾਂ ਸਥਾਪਨਾ ਨਾਲ ਸੰਬੰਧਿਤ ਹੈ ਜੋ ਕਿ ਭਾਰਤੀ ਸੰਘ ਦਾ ਹਿੱਸਾ ਨਹੀਂ। ਹੁਣ ਤੁਸੀਂ ਆਪ ਹੀ ਸੋਚੋ ਵੀ ਆਂਧਰਾ ਪ੍ਰਦੇਸ਼ ਚੋਂ ਤੇਲੰਗਾਨਾ ਆਪਾਂ ਆਰਟੀਕਲ 2 ਰਾਹੀਂ ਕੱਢਾਂਗੇ। ਕਿੰਨੇ ਟੀਚਰ ਗਲਤ ਪੜ੍ਹਾਏ ਜਾਂਦੇ ਆ। ਕਿਉਂ? ਕਿਉਂਕਿ ਆਂਧਰਾ ਪ੍ਰਦੇਸ਼ ਤਾਂ ਇੰਡੀਆ ਦਾ ਪਹਿਲਾ ਹੀ ਰਾਜ ਆ, ਇਹਦਾ ਮਤਲਬ ਐਗਜ਼ਿਸਟੈਂਸ ਦੇ ਵਿੱਚ ਆ, ਤਾਂ ਇਹਦੇ ਮੁਤਾਬਕ ਤਾਂ ਗੱਲ ਚੀਜ਼ ਬਣਦੀ ਨਹੀਂ। ਐਡਮਿਸ਼ਨ ਵੀ ਆਪਾਂ ਉਸੇ ਨੂੰ ਦੇਣੀ ਹੈ ਜਿਹੜਾ ਭਾਰਤੀ ਸੰਘ ਦਾ ਹਿੱਸਾ ਨਹੀਂ ਹੈਗਾ, ਐਸਟੈਬਲਿਸ਼ਮੈਂਟ ਵੀ ਆਪਾਂ ਉਹਦੀ ਕਰਨੀ ਹੈ ਜਿਹੜਾ ਭਾਰਤੀ ਸੰਘ ਦਾ ਹਿੱਸਾ ਨਹੀਂ ਹੈਗਾ। ਕੀ ਇਹ ਚੀਜ਼ ਤੁਹਾਡੇ ਪੱਲੇ ਪੈ ਰਹੀ ਹੈ? ਬਹੁਤ ਹੀ ਸਿੰਪਲ, ਬਹੁਤ ਹੀ ਸਧਾਰਨ। ਵੈਰੀ ਗੁੱਡ, ਓਕੇ ਹੋ ਗਿਆ। ਇਹ ਹੋਗਾ ਜੀ ਆਰਟੀਕਲ ਦੂਸਰਾ, ਬਹੁਤ ਹੀ ਇੰਪੋਰਟੈਂਟ। ਆਰਟੀਕਲ ਤੀਸਰੇ ਦੀ ਗੱਲ ਕਰਦੇ ਹਾਂ। ਆਰਟੀਕਲ ਤੀਸਰਾ ਔਨ ਦਾ ਅਦਰ ਹੈਂਡ ਰਿਲੇਟਸ ਟੂ ਦਾ ਫਾਰਮੇਸ਼ਨ ਆਫ ਔਰ ਚੇਂजेस ਇਨ ਦਾ ਐਗਜ਼ਿਸਟਿੰਗ ਸਟੇਟਸ ਆਫ ਦਾ ਯੂਨੀਅਨ ਆਫ ਇੰਡੀਆ। ਆਰਟੀਕਲ ਜਿਹੜਾ 3 ਹੈ ਉਹ ਫਾਰਮੇਸ਼ਨ ਕਰਦਾਗਾ ਚੇਂजेस ਇਨ ਦਾ ਐਗਜ਼ਿਸਟਿੰਗ ਸਟੇਟ ਆਫ ਦਾ ਯੂਨੀਅਨ ਸਟੇਟਸ। ਯਾਨੀ ਕਹਿਣ ਦਾ ਮਤਲਬ ਕੀ ਹੈ ਕਿ ਜਿਹੜੀ ਐਗਜ਼ਿਸਟਿੰਗ ਸਟੇਟ ਆ, ਜਿਵੇਂ ਹੁਣ ਆਪਾਂ ਆਂਧਰਾ ਪ੍ਰਦੇਸ਼ ਦੀ ਗੱਲ ਲਈਏ ਤਾਂ ਐਗਜ਼ਿਸਟ ਕਰਦੀ ਹੈ ਨਾ ਉਹ ਆਂਧਰਾ ਪ੍ਰਦੇਸ਼, ਤਾਂ ਉਹਦੀ ਬਾਉਂਡਰੀ ਨੂੰ ਅਲਟਰ ਕਰਨਾ, ਇਨਕਰੀਜ਼ ਕਰਨਾ, ਘਟਾਉਣਾ, ਵਧਾਉਣਾ, ਉਹਦੇ ਨਾਮ ਨੂੰ ਚੇਂਜ ਕਰਨਾ, ਇਹ ਆਰਟੀਕਲ 3 ਪਾਰਲੀਮੈਂਟ ਨੂੰ ਤਾਕਤ ਦਿੰਦਾ ਗਾ। ਕੀ ਇਹ ਚੀਜ਼ ਤੁਹਾਡੇ ਪੱਲੇ ਪੈ ਰਹੀ ਹੈ? ਸੋ ਫਾਰਮ ਅ ਨਿਊ ਸਟੇਟ, ਪਹਿਲਾ ਪੜੋ ਆਪਸ਼ਨ, ਫਾਰਮ ਅ ਨਿਊ ਸਟੇਟ ਬਾय ਸੈਪਰੇਸ਼ਨ ਆਫ ਟੈਰੀਟਰੀ ਫਰॉम ਐਨੀ ਸਟੇਟ by uniting two or more states or parts of states or by uniting any territory to part of any state। ਕਹਿਣ ਦਾ ਮਤਲਬ ਕੀ ਆ ਕਿ ਫਾਰਮ ਅ ਨਿਊ ਸਟੇਟ, ਇੱਕ ਨਿਊ ਸਟੇਟ ਬਣਾਉਣੀ। ਕਿਵੇਂ ਵੀ ਬਣਾ ਸਕਦੇ ਹੋ, ਟੈਰੀਟਰੀ ਨੂੰ ਸੈਪਰੇਟ ਕਰ ਦਿਓ, ਪਾੜ ਦਿਓ, ਤੋੜ ਕੇ ਬਣਾ ਲਓ। ਜਿਵੇਂ ਪੰਜਾਬ ਦੇ ਵਿੱਚੋਂ ਹਰਿਆਣਾ ਸਟੇਟ ਕਰਤੀ, ਯੂਨਾਈਟ ਕਰ ਦਿਓ, 2 ਸਟੇਟਾਂ ਨੂੰ ਤੁਸੀਂ ਮਿਲਾ ਕੇ ਇੱਕ ਸਟੇਟ ਬਣਾ ਸਕਦੇ ਹੋ। ਪਾਰਟ ਆਫ ਦਾ ਸਟੇਟ, ਯੂਨਾਈਟਿੰਗ ਐਨੀ ਟੈਰੀਟਰੀ
ऑफ द पार्ट ऑफ इंडिया। कहने का मतलब की है कि किसी भी पार्ट में चक लो, उधरला पार्ट चक लिया, इधरला पार्ट चक लिया, इधरला पार्ट चक लिया, जिमें कि उन्होंने मिलाता आप पुडुचेरी की गल करते, इधर भी है, इधर भी है, इधर भी है, इधर भी है, चारों मिला के एक स्टेट कहता कि ये भाई पुडुचेरी है। सो कहने का मतलब की है कि आर्टिकल 3 यूनियन ऑफ इंडिया दे विच ही तोड़ मरोड़ करदा गा, यूनियन ऑफ इंडिया दे विच ही तोड़ मरोड़ करदा गा। पर आर्टिकल दूसरा की सीगा, जिहड़ा कि भारती संघ दा हिस्सा नहीं हैगा। समझ लग गई। सो दूसरा की कहंदा गा भी आपां एरिया इनक्रीज भी कर सकते हैं। तीसरा की कहंदा गा डिमिनिश द एरिया ऑफ एनी स्टेट, आपां डिक्रीज भी कर सकते हैं। डी ऑप्शन की कहंदा गा अल्टर द बाउंड्री ऑफ एनी स्टेट, किसी भी बाउंड्री नूं आपां अल्टर कर सकते हैं। अल्टर का मतलब की होंदा गा एरिया तो उन्ना ही रहिंदा पर आपां बाउंड्री इधर उधर कर दिंदे हैं। यानी कि मान लो मैं कहां कि पहलां तुसीं इन्ने एरिया जदों आए जाते हो, भावें यह रास्ता 1 किलोमीटर है तो मैं थोड़ा जिहा राह चेंज कर दूंगा, रहूगा वो भी 1 किलोमीटर ही, यानी एरिया उन्ना रहूगा पर बाउंड्री में अल्टर कर दूंगा। ठीक है ना। जिमें मान लो कपड़ा उन्ना ही है, आप अल्टर कराने जाते कि नहीं, कपड़ा कि कपड़ा साडा अल्टर कर दो, कपड़ा तो उन्ना ही रहिंदा गा, कपड़ा उन्ना ही रहिंदा पर उन्होंने अल्टर कर देते हैं, यानी वो बाउंड्री अल्टर करती। ये होगा डी ऑप्शन। ई ऑप्शन की है अल्टर द नेम ऑफ एनी स्टेट, यानी कि नाम चेंज करता, स्टेट तो हुई है पर नाम चेंज करता। ये चीज़ तुहाडे पहले पै गई। सो आर्टिकल दूसरा ते तीसरा दे विच बहुत वधिया डिफरेंस है, पर उही गल है भी मोस्ट प्रोबेबली टीचर ये मिसटेक कर जाते हैं तो तेलंगाना नूं आंध्रा प्रदेश चों तेलंगाना नूं आर्टिकल 2 के राही कढ़ी जाएंगे, हालांकि कढ़ते आप आर्टिकल 3 के राही। तो आर्टिकल 2 दे विच आपां एस्टैबलिशमेंट एडमिशन दिंदे आ जिहड़ियां कि एग्जिस्टेंस दे विच नहीं हैगियां, यानी कि यूनियन ऑफ इंडिया दे विच एग्जिस्टेंस तां नहीं हैगियां, पर आर्टिकल 3 दे विच यूनियन ऑफ इंडिया दे ही पार्ट नूं आपां घटा लो, वधा लो, तोड़ लो, मरोड़ लो, जोड़ लो, कुछ भी कर लो, नवीं स्टेट बना दो। आर्टिकल 3 के राही आपां नवीं स्टेट बनाती आंध्रा प्रदेश तो तेलंगाना। वैरी गुड। बाकी किहड़ी स्टेट किवें किवें बनी है उहदे बारे आपां चर्चा करांगे ना जो आप स्टेट्स की गल करांगे, फॉर्मेशन ऑफ स्टेट्स की गल करांगे, वो तो आपको पता लग जो मैं सिर्फ एग्जाम्पल ले रहा तुहानूं समझाउण दी खातर। वैरी गुड। लो जी हुण आपां 2 कंडीशनां पढ़दे आ भी जिहड़ियां आर्टिकल 3 दे विच आपां अल्टर कर लो, घटा लो, वधा लो, जोड़ लो, ऐ तां है नहीं ना भी मूँह चक्किया तो वधाता घटाता, एवें तां कर नहीं सकदे, कोई ना कोई तो कंडीशनां होणगियां। हाँ जी 2 कंडीशनां हैगियां, इहदे बारे आपां गल करदे आ। कंडीशनां किहड़ियां उहदे बारे आपां चर्चा करदे आ। की है पहला, ए बिल कंटैंपलेटिंग द चेंजिज कैन बी इंट्रोड्यूस्ड इन द पार्लीमेंट ओनली विद द प्रायर रिकमेंडेशन ऑफ द प्रेजिडेंट, यानी जदों भी पार्लीमेंट ने यह कहा कि असीं पंजाब चों हरियाणा कढ़ना, मैं एग्जाम्पल ले रहा, आंध्रा प्रदेश चों तेलंगाना कढ़ना, तो सब तो पहला पार्ट की है भी प्रेजिडेंट की रिकमेंडेशन हैगी है भाई, प्रेजिडेंट कोले पहला साइन करने वास्ते जाणगे कि ये असीं करना चाहुंदे, पार्लीमेंट इंट्रोड्यूस जदों करूगी ये चेंजिज नूं, ये बिल पेश करूगी ना सब तो पहला कि आ असीं करना चाहुंदे भाई। सो बिल कैन बी इंट्रोड्यूस्ड इन द पार्लीमेंट ओनली विद द प्रायर रिकमेंडेशन ऑफ द प्रेजिडेंट, पहला प्रेजिडेंट की रिकमेंडेशन होगी। दूसरा, बिफोर रिकमेंडिंग द बिल, रिकमेंडिंग द बिल द प्रेजिडेंट, जदों प्रेजिडेंट कोले रिकमेंडेशन वास्ते चलिया गया तो प्रेजिडेंट की करूगा, हैज़ टू रैफर द सेम टू द स्टेट लैजिस्लेचर, जिहड़ी स्टेट नाल तुसीं जो भी कुछ कर रहे हो, चाहे किसी भी स्टेट की घाट वाध कर रहे हो, मान लो पंजाब की गल ही कर ली आपां, मान लो पंजाब दे नाल उन्होंने कुछ भी करना है, पंजाब का नाम चेंज करना है, पंजाब की बाउंड्री चेंज करनी है, पंजाब नूं किसी पंजाब दे विचों किसी होर स्टेट नूं कढना है, पंजाब दे विचों किसी होर टैरेटरी नूं ऐड करना है, कुछ भी करना है, प्रेजिडेंट हैज़ टू रैफर द सेम टू द स्टेट लैजिस्लेचर, तो अपनी पंजाब की यानी कि विधान सभा के आ जाऊगा, स्टेट लैजिस्लेचर के आ जाऊगा कंसर्न करने वास्ते भी तुसीं अपने एक्सप्रैस कर सकते, व्यू दस सकते हो, फॉर एक्सप्रैसिंग इट्स व्यूज़ विद इन द स्पैसीफिक पीरियड, कुछ टाइम दे देंगे जोड़ा कि फिक्स नहीं होंदा, कुछ टाइम दे देंगे कि भाई इन्ने के टाइम वास्ते तुसीं कुछ स्पैसीफिक पीरियड के दस सकते हो, अपने व्यू दस सकते हो। मान लो पंजाब नूं कुछ करना गा, घटाउणा वधाउणा, जोड़ना मरोड़ना, तोड़ना, जो भी है, पंजाब दी कोई भी गल मननी या ना मननी ये प्रेजिडेंट दी है, प्रेजिडेंट पुछ जरूर लऊगा, प्रेजिडेंट पुछ जरूर लऊगा भी भाई तुसीं दस दो, अपने व्यू एक्सप्रैस कर दो, पर यह कोई जरूरी नहीं हैगा। द प्रेजिडेंट जां पार्लीमेंट इज नॉट बाउंड बाय द व्यूज ऑफ द स्टेट लैजिस्लेचर एंड मे आइदर एक्सेप्ट और रिजेक्ट दैम। कहने का मतलब स्टेट की कंसेंटमेंट कोई जरूरी नहीं, स्टेट्स भावें ये कह दे भी साडे पंजाब नूं तुसीं क्यों अड कर रहे हो, साडे पंजाब दा तुसीं नाम चेंज क्यों कर रहे हो,
ਡਜ਼ਨਟ ਮੈਟਰ। ਪੰਜਾਬ ਦੀ ਵਿਧਾਨ ਸਭਾ ਦੀ ਕੋਈ ਵੀ ਗੱਲ ਨਹੀਂ ਮੰਨੀ ਜਾਊਗੀ। ਸੋ ਵਿਦਆਊਟ ਕੰਸੈਂਟ ਆਫ ਸਟੇਟ ਪਾਰਲੀਮੈਂਟ ਇਹ ਚੀਜ਼ ਕਰ ਸਕਦੀ ਆ, ਪ੍ਰੈਜ਼ੀਡੈਂਟ ਵੀ ਬਾਉਂਡ ਨਹੀਂ ਹੁੰਦਾਗਾ ਸਟੇਟ ਦੇ ਵਿਊਜ਼ ਨਾਲ। ਹਾਂ ਡਿਸਕਸ਼ਨ ਹੋ ਸਕਦੀ ਆ, ਜਿਵੇਂ ਆਪਾਂ ਹੁਣ ਐਗਰੀਕਲਚਰ ਕਾਨੂੰਨ ਦੀ ਹੀ ਗੱਲ ਕਰ ਲਈਏ ਤਾਂ ਡਿਸਕਸ਼ਨ ਹੋ ਸਕਦੀ ਆ, ਪਰ ਸੈਂਟਰ ਇੱਥੇ ਪਾਵਰ ਜ਼ਿਆਦਾ ਰੱਖਦਾਗਾ, ਪਾਰਲੀਮੈਂਟ ਕੋਲੇ ਪਾਵਰ ਇੱਥੇ ਜ਼ਿਆਦਾ ਹੈ, ਜਿਹੜਾ ਕਿ ਆਰਟੀਕਲ 3 ਕਹਿੰਦਾ ਗਾ। ਸੋ ਆਰਟੀਕਲ 3 ਦੇ ਵਿੱਚ ਦੋ ਕੰਡੀਸ਼ਨਾਂ ਹੈਗੀਆਂ, ਕਿਹੜੀਆਂ ਕਿ ਭਾਈ ਜੇਕਰ ਪਾਰਲੀਮੈਂਟ ਨੇ ਕੋਈ ਵੀ ਐਸੀ ਚੀਜ਼ ਕਰਨੀ ਹੈ, ਜਿਹੜਾ ਬਿੱਲ ਇੰਟਰੋਡਿਊਸ ਕਰਨਾ ਗਾ, ਉਹ ਬਿੱਲ ਇੰਟਰੋਡਿਊਸ ਹੋਊਗਾ ਵਿਦ ਦਾ ਪ੍ਰਾਇਰ ਰਿਕਮੈਂਡੇਸ਼ਨ ਆਫ ਦਾ ਪ੍ਰੈਜ਼ੀਡੈਂਟ। ਤਾਂ ਜਦੋਂ ਪ੍ਰੈਜ਼ੀਡੈਂਟ ਰეკਮੈਂਡ ਕਰੂਗਾ, ਪਰ ਉਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਉਸ ਸਟੇਟ ਦੀ ਵਿਧਾਨ ਸਭਾ ਨੂੰ ਦੱਸਣਾ ਚਾਹੂਗਾ ਕਿ ਭਾਈ ਤੁਹਾਡੀ ਸਟੇਟ ਨਾਲ ਇਹ ਹੋ ਰਿਹਾ ਹੈਗਾ, ਤੁਸੀਂ ਆਪਣੇ ਐਕਸਪ੍ਰੈਸ ਕਰ ਸਕਦੇ ਹੋ ਵਿਊਜ਼। ਤਾਂ ਉਹ ਕੁਝ ਟਾਈਮ ਦੇ ਵਿੱਚ ਤੁਹਾਡੇ ਵਿਊਜ਼ ਦੇ ਦੇਣਗੇ, ਪਰ ਉਹ ਵਿਊਜ਼ ਨੂੰ ਮੰਨਣਾ ਜਾਂ ਨਾ ਮੰਨਣਾ ਪ੍ਰੈਜ਼ੀਡੈਂਟ ਜਾਂ ਪਾਰਲੀਮੈਂਟ ਬਾਉਂਡ ਨਹੀਂ ਕਰਨਗੇ। ਮੰਨਣ ਜਾਂ ਨਾ ਮੰਨਣ ਉਹਨਾਂ ਦੀ ਮਰਜ਼ੀ ਹੈ, ਡਿਸਕਸ਼ਨ ਹੋ ਸਕਦੀ ਹੈ। ਪਤਾ ਲੱਗ ਗਿਆ ਭਾਈ। ਸੋ ਇਹ ਆਰਟੀਕਲ ਦੂਸਰਾ। ਹੁਣ ਵਾਟ ਇਜ਼ ਦ ਡਿਫਰੈਂਸ ਬਿਟਵੀਨ ਆਰਟੀਕਲ 2 ਐਂਡ 3? ਮੇਰੇ ਹਿਸਾਬ ਨਾਲ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਇਹ ਚੀਜ਼ਾਂ ਪਤਾ ਲੱਗ ਗਈਆਂ ਹੋਣਗੀਆਂ। ਕਿਆ ਬਾਤ ਹੈ, ਰਾਈਟ। ਸੋ ਇਟ ਇਜ਼ ਦਸ ਕਲੀਅਰ that the constitution authorizes the parliament to form new states or alter the areas, boundaries or names of the existing states without their consent। without their consent ਦਾ ਮਤਲਬ ਉਹਨਾਂ ਦੀ ਮਰਜ਼ੀ ਨਹੀਂ ਚੱਲੂਗੀ। without their consent ਕੋਈ ਚੱਕਰ ਨਹੀਂ, ਪੰਜਾਬ ਨਹੀਂ ਮੰਨਦਾ ਨਾ ਮੰਨੋ, ਪਰ ਸਟੇਟਸ ਨੇ ਕਹਿਤਾ, ਪਾਰਲੀਮੈਂਟ ਨੇ ਕਹਿਤਾ ਤਾਂ ਕਹਿਤਾ। ਇਨ ਅਦਰ ਵਰਡਸ ਆਪਾਂ ਇਹ ਵੀ ਕਹਿ ਸਕਦੇ ਕਿ ਪਾਰਲੀਮੈਂਟ ਕੈਨ ਰੀਡਰਾ ਦਾ ਪੋਲੀਟੀਕਲ ਮੈਪ ਆਫ ਇੰਡੀਆ। ਪਾਰਲੀਮੈਂਟ ਕੋਲ ਇੰਨੀ ਤਾਕਤ ਹੈ ਕਿ ਉਹ ਪੂਰੇ ਭਾਰਤ ਦਾ ਨਕਸ਼ਾ ਦੁਬਾਰਾ ਬਣਾ ਸਕਦੀ ਹੈ। ਰੀਡਰਾ ਦਾ ਪੋਲੀਟੀਕਲ ਮੈਪ ਆਫ ਇੰਡੀਆ ਅਕੋਰਡਿੰਗ ਟੂ ਇਟਸ ਵਿਲ, ਆਪਣੀ ਮਰਜ਼ੀ ਦੇ ਮੁਤਾਬਕ, ਤੇ ਕੋਈ ਵੀ ਕੁਝ ਨਹੀਂ ਕਰ ਸਕਦਾ। ਪਾਰਲੀਮੈਂਟ ਕੋਲ ਇੰਨੀ ਤਾਕਤ ਹੈ। ਹੈਂਸ the territorial integrity or continued existence of any state is not guaranteed by the constitution। ਇਸ ਲਈ ਕਿਸੇ ਵੀ ਰਾਜ ਦੀ ਖੇਤਰੀ ਅਖੰਡਤਾ ਜਾਂ ਨਿਰੰਤਰ ਹੋਂਦ ਦੀ ਸੰਵਿਧਾਨ ਦੁਆਰਾ ਗਾਰੰਟੀ ਨਹੀਂ ਹੈਗੀ। ਇਹ ਨਹੀਂ ਹੈਗਾ ਕਿ ਜੇਕਰ ਅੱਜ ਬਠਿੰਡਾ ਅਬੋਹਰ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਰਾਜਸਥਾਨ ਸਟਾਰਟ ਹੋ ਜਾਂਦਾਗਾ, ਕੋਈ ਗਾਰੰਟੀ ਨਹੀਂ ਭਾਈ ਕੱਲ ਨੂੰ ਰਾਜਸਥਾਨ ਦਾ ਗੰਗਾਨਗਰ ਵੀ ਇੱਧਰ ਹੋਵੇ, ਕੋਈ ਗਾਰੰਟੀ ਨਹੀਂ ਕੱਲ ਨੂੰ ਬਠਿੰਡਾ ਵੀ ਰਾਜਸਥਾਨ 'ਚ ਹੋਵੇ। ਸੋ ਸੰਵਿਧਾਨ ਇਹਦੀ ਕੋਈ ਵੀ ਗਾਰੰਟੀ ਨਹੀਂ ਦਿੰਦਾ ਕਿ ਪੰਜਾਬ ਦੀ ਬਾਉਂਡਰੀ ਅੱਜ ਇੱਥੋਂ ਤੱਕ ਹੀ ਹੈ। ਇਸੇ ਕਰਕੇ ਤਾਂ ਇਹਨੇ ਟੋਟੇ ਹੋ ਗਏ। ਇਹ ਆਪਣਾ ਸੰਵਿਧਾਨ ਹੀ ਕਹਿੰਦਾ ਗਾ। ਸੰਵਿਧਾਨ ਕਹਿੰਦਾ ਕਿ ਯੂਨੀਅਨ ਆਫ ਸਟੇਟਸ ਰਹਿਣਾ ਗਾ, ਅੰਦਰ ਜਿੰਨਾ ਮਰਜ਼ੀ ਤੋੜਾ ਮਰੋੜਾ ਕਰੀ ਚਲੋ, ਉੱਪਰੋਂ ਦੱਸਣਾ ਚਾਹੀਦਾ ਕਿ ਇੰਡੀਆ ਤਾਂ ਯੂਨੀਅਨ ਆਫ ਸਟੇਟ। ਇਹ ਪਤਾ ਲੱਗ ਗਿਆ ਭਾਈ ਆਰਟੀਕਲ ਦੂਸਰਾ ਤੇ ਤੀਸਰਾ। ਆਈ ਥਿੰਕ ਤੁਹਾਨੂੰ ਇਹ ਚੀਜ਼ਾਂ ਕਾਫੀ ਵਾਰ ਪਹਿਲੀ ਵਾਰ ਪਤਾ ਲੱਗੀਆਂ ਹੋਣਗੀਆਂ, ਕਿਉਂਕਿ ਇਹਨਾਂ ਦੇ ਵਿੱਚ ਕਨਫਿਊਜ਼ਿੰਗ ਬਹੁਤ ਜ਼ਿਆਦਾ ਜਵਾਕਾਂ ਨੂੰ ਰਹਿੰਦੀ ਹੈ, ਰਾਈਟ ਹੈ। ਇਹ ਡਿਫਰੈਂਸ ਹੁੰਦਾ ਫ੍ਰੀ ਲੈਕਚਰ ਤੇ ਪੈਸੇ ਵਾਲੇ ਲੈਕਚਰ ਦੇ ਵਿੱਚ ਥੋੜਾ ਜਿਹਾ, ਕਿਉਂਕਿ ਉੱਥੇ ਇੰਨਾ ਜ਼ਿਆਦਾ ਐਕਸਪ੍ਰੈਸ ਦੇ ਨਾਲ ਪੜ੍ਹਾਇਆ ਜਾ ਹੀ ਨਹੀਂ ਸਕਦਾ। ਫਰਕ ਹੁੰਦਾ ਗਾ ਕਿਉਂਕਿ ਲੰਮੀਆਂ ਵੀਡੀਓਜ਼ ਆ, ਠੀਕ ਹੈ ਨਾ। ਕਿਉਂਕਿ ਇੱਕ ਸਿਸਟਮੈਟਿਕ ਢੰਗ ਦੇ ਨਾਲ ਜਦੋਂ ਆਪਾਂ ਚੀਜ਼ਾਂ ਨੂੰ ਪੜ੍ਹਦੇ ਹਾਂ ਨਾ, ਤਾਂ ਸਿਸਟਮੈਟਿਕ ਢੰਗ ਦੇ ਨਾਲ ਤੁਹਾਨੂੰ ਉਹਦੇ ਵਾਸਤੇ ਚੀਜ਼ਾਂ ਨੂੰ ਕਰਨਾ ਪਊ। ਅਸੀਂ ਖੁਦ ਕੀਤਾ, ਜੇ ਇੰਨਾ ਹੀ ਜ਼ਿਆਦਾ ਹੁੰਦਾ ਤਾਂ ਕੋਈ ਵੀ ਨਹੀਂ ਕਰਦਾ, ਠੀਕ ਹੈ ਨਾ। ਤਾਂ ਐਫਰਟ ਲੱਗਦੇ ਹਰੇਕ ਚੀਜ਼ ਦੇ ਉੱਤੇ। ਇਸੇ ਕਰਕੇ ਕਹਿਣਾ ਹੁੰਦਾ ਕਿ ਥੋੜਾ ਜਿਹਾ ਜਰਾਂਦ ਰੱਖਿਆ ਕਰੋ, ਫਰਕ ਰੱਖਿਆ ਕਰੋ, ਪਰ ਪੜ੍ਹੋ ਰੈਗੂਲਰ ਜਿੰਨਾ ਪੜ੍ਹਾਇਆ ਜਾਂਦਾ ਵਾ। ਸਮਝ ਲੱਗੀ ਪਈ। ਸੋ ਆਰਟੀਕਲ ਦੂਸਰਾ ਤੇ ਤੀਸਰਾ, ਰਾਈਟ। ਮੈਂ ਕਈ ਵੀਡੀਓ ਨੂੰ ਪਬਲਿਕ ਕਰਕੇ ਦੇ ਦੇਣਾ ਹੁੰਦਾ। ਮੰਨ ਲਓ ਮੈਂ ਇਹ ਵੀਡੀਓ ਨੂੰ ਵੀ YouTube ਤੇ ਪਾ ਸਕਦਾ, ਮੈਂ ਕਿ ਮੈਂ YouTube ਤੇ ਪਾਦਾ ਵੀਡੀਓ ਨੂੰ, ਪਰ YouTube ਤੇ ਪਾਉਣ ਦਾ ਮਤਲਬ ਮੇਰਾ ਮਕਸਦ ਇਹੀ ਹੁੰਦਾ ਕਿ ਸਟੂਡੈਂਟਸ ਨੂੰ ਪਤਾ ਤਾਂ ਲੱਗੇ ਨਾ। ਕਿਉਂਕਿ ਸਾਰੀ ਚੀਜ਼ ਜੇਕਰ ਤੁਹਾਨੂੰ YouTube ਤੇ ਮਿਲ ਜਾਏ ਤਾਂ ਇਹਦਾ ਮਤਲਬ ਫਿਰ ਇਹਨਾਂ ਚੀਜ਼ਾਂ ਦਾ ਤਾਂ ਕੋਈ ਮਾਇਨੇ ਰਿਹਾ ਹੀ ਨਹੀਂ, ਠੀਕ ਹੈ ਨਾ। ਇਸੇ ਕਰਕੇ ਹੁੰਦਾ ਕਿ ਜਿਹੜੇ ਟੀਚਰਸ ਦੇ ਐਫਰਟ ਲੱਗੇ ਹੁੰਦੇ, ਕਿਉਂਕਿ ਹਰੇਕ ਨੇ ਰੋਜ਼ੀ ਰੋਟੀ ਜਾਂ ਹਰੇਕ ਨੇ ਆਪਣੇ ਜਿਹੜੇ ਬਿਜ਼ਨਸ ਹੈ ਜਾਂ ਹਰੇਕ ਨੇ ਆਪਣੀ ਆਰਗੇਨਾਈਜੇਸ਼ਨ ਬਣਾਉਣੀ ਹੈ। ਆਰਗੇਨਾਈਜੇਸ਼ਨ ਬਣਾਉਣ ਵਾਸਤੇ ਉਹਨੇ ਆਪਣੇ ਕੰਟੈਂਟ ਨੂੰ ਇੰਨਾ ਕੁ ਜ਼ਿਆਦਾ ਵਧੀਆ ਢੰਗ ਦੇ ਨਾਲ, ਪ੍ਰੀਸਾਈਜ਼ ਢੰਗ ਦੇ ਨਾਲ ਕਲੈਕਟ ਕਰ ਰੱਖਿਆ ਹੁੰਦਾ ਕਿ ਉਹਨੂੰ ਨਹੀਂ ਮਨ ਕਰੂਗਾ ਕਿ ਮੈਂ ਇਹਨੂੰ ਐਵੇਂ ਹੀ ਸਿੱਟਦਾ। ਐਫਰਟ ਹੈ। ਸੋ ਉਸ ਐਫਰਟ ਦੇ ਵਿੱਚ ਜੇਕਰ ਤੁਸੀਂ ਥੋੜਾ ਜਿਹਾ ਆਪਣਾ ਹਿੱਸਾ ਪਾ ਕੇ ਮਿਹਨਤ ਕਰ ਲਓਗੇ ਤਾਂ ਪੇਪਰ ਬਹੁਤ ਆਸਾਨੀ ਹੋ ਜਾਂਦੀ ਟੱਪਣ ਦੇ ਵਿੱਚ, ਰਾਈਟ। ਸੋ ਇਹ ਹੁੰਦੀ ਹੈ ਪੋਲਿਟੀ। ਸਮਝ ਲੱਗੀ ਹੈ ਭਾਈ। ਚਲੋ, ਸੋ ਮੇਰੇ ਹਿਸਾਬ ਨਾਲ ਤੁਹਾਨੂੰ ਆਰਟੀਕਲ ਦੂਸਰਾ ਤੇ ਤੀਸਰਾ ਪਤਾ ਲੱਗ ਗਿਆ ਹੋਊਗਾ। ਇਸ ਕਰਕੇ ਆਪਾਂ ਕੀ ਕਹਿ ਸਕਦੇ ਇੰਡੀਆ ਨੂੰ, ਇੰਡੀਆ ਇਜ਼ ਰਾਈਟਲੀ ਡਿਸਕ੍ਰਾਈਬ ਐਜ਼ ਐਨ ਇੰਡਸਟਰਕਟੇਬਲ ਯੂਨੀਅਨ ਆਫ ਡਿਸਟਰਕਟੇਬਲ ਸਟੇਟਸ। ਡਿਸਟਰਕਟੇਬਲ ਸਟੇਟਸ ਦਾ ਮਤਲਬ ਸਟੇਟਸ ਨੂੰ ਤੋੜਿਆ ਜਾ ਸਕਦਾ
पर इनडिस्ट्रक्टेबल यूनियन ਨੂੰ ਤੋੜਿਆ ਨਹੀਂ ਜਾ ਸਕਦਾ। ਸੋ ਇੰਡੀਆ ਨੂੰ ਆਪਾਂ ਐਵੇਂ ਡਿਸਕ੍ਰਾਈਬ ਕਰ ਸਕਦੇ। ਇਹ ਸਟੇਟਮੈਂਟ ਡਾਇਰੈਕਟ यूपीएससी पीपीएससी ਜਾਂ ਕਿਸੇ ਵੀ ਪੇਪਰ ਦੇ ਵਿੱਚ ਪੁੱਛੀ ਜਾਂਦੀ ਆ ਕਿ ਇੰਡੀਆ ਨੂੰ ਕਿਵੇਂ ਡਿਸਕ੍ਰਾਈਬ ਕੀਤਾ ਜਾ ਸਕਦਾ। ਐਨ ਇਨਡਿਸਟਰਕਟੇਬਲ यूनियन ਨੂੰ ਤੋੜਿਆ ਨਹੀਂ ਜਾ ਸਕਦਾ। यूनियन ਤਬਾਹ ਨਹੀਂ ਹੋ ਸਕਦੀ, ਪਰ ਡਿਸਟਰਕਟੇਬਲ ਸਟੇਟਸ ਨੂੰ ਜਿੰਨਾ ਮਰਜ਼ੀ ਤਬਾਹ ਕਰ ਲਓ, यूनियन ऑफ स्टेट्स ਤਾਂ ਰਹੂਗਾ ਹੀ ਮਾਲਕੋ। ਪਰ यूएसए ਦੇ ਵਿੱਚ ਅਮ ਨਹੀਂ ਹੈਗਾ। यूएसए ਦੇ ਵਿੱਚ ਕੀ ਆ? ਔਨ ਦਾ ਅਦਰ ਹੈਂਡ ਦ ਟੈਰੀਟੋਰੀਅਲ ਇੰਟੀਗ੍ਰਿਟੀ ਔਰ ਕੰਟੀਨਿਊਡ ਐਗਜ਼ਿਸਟੈਂਸ ਆਫ ਸਟੇਟ ਇਜ਼ ਗਰੰਟੀਡ ਬਾय ਦ ਕੌਨਸਟੀਟਿਊਸ਼ਨ। ਉੱਥੇ ਕੌਨਸਟੀਟਿਊਸ਼ਨ ਆ ਜਿਹੜਾ ਗਰੰਟੀ ਦਿੰਦਾ ਹੈ, ਕਿਉਂਕਿ ਹਰੇਕ ਸਟੇਟ ਦਾ ਆਪਣਾ ਸੰਵਿਧਾਨ ਹੈ, ਹਰੇਕ ਸਟੇਟ ਕੋਲੇ ਆਪਣੀ ਸੁਪਰੀਮ ਹੈ। ਤਾਂ ਹਰੇਕ ਸਟੇਟ ਕਹੂਗਾ ਕਿ ਮੈਂ ਤਾਂ ਚੱਲਿਆ ਭਾਈ, ਮੈਂ ਨਹੀਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਰਹਿੰਦਾ, ਮੇਰਾ ਤਾਂ ਅੱਡ ਹੈ। ਹੋ ਸਕਦਾ, ਪਰ ਉੱਥੇ ਗਰੰਟੀ ਦਿੰਦਾ ਗਾ ਵੀ ਤੁਹਾਡੀ ਸਟੇਟ ਦੇ ਨਾਲ ਕੁਝ ਵੀ ਨਹੀਂ ਕੀਤਾ ਜਾਊਗਾ, ਜਿਵੇਂ ਆਪਣੇ ਇੰਡੀਆ ਦੇ ਵਿੱਚ ਬਾਉਂਡਰੀ ਵਗੈਰਾ ਦਾ ਹੋ ਜਾਂਦਾ ਗਾ। ਉੱਥੇ ਗਰੰਟੀ ਦਿੰਦਾ ਗਾ ਦ ਅਮਰੀਕਨ ਫੈਡਰਲ ਗਵਰਨਮੈਂਟ ਕੈਨ ਨਾਟ ਫਾਰਮ ਨਿਊ ਸਟੇਟਸ ਔਰ ਅਲਟਰ ਦਾ ਬਾਰਡਰਸ ਆਫ ਐਗਜ਼ਿਸਟਿੰਗ ਸਟੇਟਸ ਵਿਦਾਊਟ ਦਾ ਕੰਸੈਂਟ ਆਫ ਸਟੇਟਸ। ਆਪਣੇ ਵਿਦਾਊਟ ਦਾ ਕੰਸੈਂਟ ਆਫ ਚੱਲੇ ਜਾਂਦਾ, ਆਪਣੇ ਕੰਸੈਂਟਮੈਂਟ ਲੈਣੀ ਨਹੀਂ ਪੈਂਦੀ, ਪਰ ਉੱਥੇ ਕਰ ਨਹੀਂ ਸਕਦੇ। ਉੱਥੇ ਤਾਂ ਸਟੇਟਸ ਨੂੰ ਬੈਠਣਾ ਪਊਗਾ, ਸਮਝੌਤੇ ਕਰਨੇ ਪੈਣਗੇ, ਅੰਬੈਸਡਰ ਜਾਣਗੇ, ਬਹੁਤ ਕੁਝ ਹੈ। ਅਮਰੀਕਾ ਦੇ ਵਿੱਚ ਨਹੀਂ ਹੈਗਾ। ਅਮਰੀਕਾ ਦੇ ਵਿੱਚ ਸਟੇਟਸ ਫੈਡਰੇਸ਼ਨ ਦੇ ਤੌਰ ਤੇ ਰਹਿਣਗੇ। ਇਸੇ ਕਰਕੇ ਆਪਾਂ ਕੀ ਕਹਿੰਦੇ ਆ, ਦੈਟਸ ਵਾਈ US is described as an indestructible union of indestructible states। ਇੰਡੀਆ ਕੀ ਸੀਗਾ? ਡਿਸਟਰਕਟੇਬਲ ਸਟੇਟਸ ਨੂੰ ਤੋੜਿਆ ਜਾ ਸਕਦਾ, ਬਟ USA ਦੇ ਵਿੱਚ ਕੀ ਆ? ਇਨਡਿਸਟਰਕਟੇਬਲ ਯੂਨੀਅਨ ਆਫ ਇਨਡਿਸਟਰਕਟੇਬਲ ਸਟੇਟਸ ਨੂੰ ਤੋੜਿਆ, ਮਰੋੜਿਆ, ਝੋੜਿਆ, ਘੋੜਿਆ, ਫੋੜਿਆ ਨਹੀਂ ਜਾ ਸਕਦਾ ਵਿਦਾਊਟ ਦਾ ਕੰਸੈਂਟ ਆਫ ਐਨੀ ਸਟੇਟ, ਜਿੰਨਾ ਚੱਕਰ ਉਹਨਾਂ ਦੀ ਕੰਸੈਂਟਮੈਂਟ ਨਹੀਂ ਹੁੰਦੀ। ਕੀ ਇਹ ਚੀਜ਼ ਤੁਹਾਨੂੰ ਪਤਾ ਲੱਗ ਗਈ? ਸੋ ਇਹ ਸੀਗਾ ਆਪਣਾ ਆਰਟੀਕਲ ਦੂਸਰਾ, ਤੀਸਰਾ, ਚੌਥਾ ਰਹਿ ਗਿਆ। ਚੌਥੇ ਬਾਰੇ ਵੀ ਆਪਾਂ ਚਰਚਾ ਕਰ ਲੈਂਦੇ ਹਾਂ। ਸੋ ਆਰਟੀਕਲ ਚੌਥਾ ਕੀ ਆ? ਆਰਟੀਕਲ ਚੌਥਾ ਡਿਕਲੇਅਰਸ ਦੈਟ ਲਾਜ਼ ਮੇਡ ਫॉर ਐਡਮਿਸ਼ਨ ਔਰ ਐਸਟੈਬਲਿਸ਼ਮੈਂਟ ਆਫ ਨਿਊ ਸਟੇਟਸ ਅੰਡਰ ਆਰਟੀਕਲ ਦੂਸਰਾ, ਚਾਹੇ ਆਪਾਂ ਆਰਟੀਕਲ ਦੂਸਰੇ ਦੇ ਰਾਹੀਂ ਐਡਮਿਸ਼ਨ ਕਰਦੇ ਹਾਂ, ਐਸਟੈਬਲਿਸ਼ਮੈਂਟ ਕਰਦੇ ਹਾਂ ਕਿਸੇ ਵੀ ਸਟੇਟ ਦੀ, ਜਾਂ ਆਪਾਂ ਆਰਟੀਕਲ 3 ਦੇ ਰਾਹੀਂ ਫਾਰਮੇਸ਼ਨ ਆਫ ਨਿਊ ਸਟੇਟ, ਅਲਟਰੇਸ਼ਨ ਆਫ ਦਾ ਏਰੀਆਜ਼, ਬਾਉਂਡਰੀਜ਼ ਔਰ ਨੇਮ ਆਫ ਐਗਜ਼ਿਸਟਿੰਗ ਸਟੇਟਸ ਆਰਟੀਕਲ 3 ਦੇ ਅੰਡਰ ਕਰਦੇ ਹਾਂ, ਆਰ ਨਾਟ ਟੂ ਬੀ ਕੰਸੀਡਰਡ ਐਜ਼ ਅਮੈਂਡਮੈਂਟ। ਤੁਹਾਨੂੰ ਕੋਈ ਵੀ ਅਮੈਂਡਮੈਂਟ ਕਰਨ ਦੀ ਲੋੜ ਨਹੀਂ। ਹੋਰ ਵੀ ਜ਼ਿਆਦਾ ਪਾਵਰ ਦਿੱਤੀ ਪਾਰਲੀਮੈਂਟ ਨੂੰ, ਕਹਿੰਦੇ ਵੀ ਤੁਹਾਨੂੰ ਕੋਈ ਵੀ ਅਮੈਂਡਮੈਂਟ ਕਰਨ ਦੀ ਲੋੜ ਨਹੀਂ, ਜਿਹੜੀ ਕਿ ਆਪਾਂ 368 ਆਰਟੀਕਲ ਦੇ ਥਰੂ ਕਰਦੇ ਹਾਂ। ਤੁਸੀਂ ਐਸਟੈਬਲਿਸ਼ਮੈਂਟ ਕਰੋ, ਤੁਸੀਂ ਐਡਮਿਸ਼ਨ ਕਰੋ, ਤੁਸੀਂ ਅਲਟਰ ਕਰੋ ਬਾਉਂਡਰੀ, ਤੁਸੀਂ ਫਾਰਮੇਸ਼ਨ ਆਫ ਨਿਊ ਸਟੇਟ ਕਰੋ, ਤੁਸੀਂ ਕਿਸੇ ਵੀ ਨਾਮ ਚੇਂਜ ਕਰੋ ਕਿਸੇ ਵੀ ਸਟੇਟ ਦਾ, ਆਰ ਨਾਟ ਟੂ ਬੀ ਕੰਸੀਡਰਡ ਐਜ਼ ਅਮੈਂਡਮੈਂਟ। ਅਮੈਂਡਮੈਂਟ ਕਰਨ ਦੀ ਲੋੜ ਹੀ ਨਹੀਂ। ਦਿਸ ਮੀਨਸ such laws can be passed by a simple majority। यानी कि ये ਜਿਹੜੇ ਲਾਅ ਹੈ ਇਹ ਪਾਸ ਕੀਤੇ ਜਾ ਸਕਦੇ ਬਹੁਤ ਹੀ ਸਿੰਪਲ ਮੈਜੋਰਿਟੀ ਦੇ ਨਾਲ। ਸਿੰਪਲ ਮੈਜੋਰਿਟੀ ਦਾ ਮਤਲਬ ਕੀ ਹੈ? 50% plus 1 ਸਿੰਪਲ ਮੈਜੋਰਿਟੀ ਐਂਡ ਬਾय द ਆਰਡੀਨਰੀ ਲੈਜਿਸਲੇਟਿਵ ਪ੍ਰੋਸੈਸ। ਕੀ ਇਹ ਚੀਜ਼ ਤੁਹਾਨੂੰ ਪਤਾ ਲੱਗ ਗਈ? ਸੋ ਆਰਟੀਕਲ ਦੂਸਰਾ ਆਪਾਂ ਕਹਿੰਦੇ ਆ ਐਡਮਿਸ਼ਨ ਤੇ ਐਸਟੈਬਲਿਸ਼ਮੈਂਟ ਆਫ ਨਿਊ ਸਟੇਟਸ। ਆਰਟੀਕਲ ਤੀਸਰਾ ਫਾਰਮੇਸ਼ਨ ਆਫ ਨਿਊ ਸਟੇਟ, ਅਲਟਰ ਦਾ ਬਾਉਂਡਰੀ, ਡਿਕਰੀਜ਼, ਇਨਕਰੀਜ਼, ਨੇਮ ਚੇਂਜ ਕਰ ਸਕਦੇ ਆ। ਆਰਟੀਕਲ 3 ਆਰਟੀਕਲ 2 ਤੇ 3 ਦੇ ਵਿੱਚ ਆਪਾਂ ਜੋ ਵੀ ਕਰਦੇ ਆ ਉਹ ਆਰਟੀਕਲ ਚੌਥਾ ਕਹਿ ਦਿੰਦਾ ਵੀ ਤੁਸੀਂ ਆਰਟੀਕਲ 2 ਤੇ 3 ਦੇ ਵਿੱਚ ਪਾਰਲੀਮੈਂਟ ਕੁਝ ਵੀ ਕਰ ਸਕਦੀ ਹੈ, ਪਰ ਉਹਨੂੰ ਅਮੈਂਡਮੈਂਟ ਕਰਨ ਦੀ ਲੋੜ ਨਹੀਂ। ਸਿੰਪਲ ਮੈਜੋਰਿਟੀ ਦੇ ਨਾਲ ਕਰੋ, ਤਸੱਲੀਆਂ ਲਵੋ। ਚੀਜ਼ ਪਤਾ ਲੱਗ ਗਈ ਭਾਈ? ਸੋ ਇਹ ਆਰਟੀਕਲ ਚੌਥਾ ਗਾ, ਬਹੁਤ ਇੰਪੋਰਟੈਂਟ ਆਰਟੀਕਲ ਚੌਥਾ ਹੋ ਗਿਆ। ਹੁਣ ਇੱਥੇ ਕੁਐਸਚਨ ਇੱਕ ਪੁੱਟ ਹੁੰਦਾ ਗਾ ਜਿਹੜਾ ਕਿ ਪੁੱਛਿਆ ਗਿਆ ਵੀ। ਆਪਾਂ ਆਰਟੀਕਲ 3 ਰਾਹੀਂ ਇੱਕ ਚੀਜ਼ ਕਹਿੰਦੇ ਆ ਕਿ ਆਪਾਂ ਨਿਊ ਸਟੇਟਸ ਦੀ ਫਾਰਮੇਸ਼ਨ ਕਰ ਸਕਦੇ ਹਾਂ ਤੇ ਆਪਾਂ ਕਿਸੇ ਵੀ ਟੈਰੀਟਰੀ ਨੂੰ ਤੋੜ ਮਰੋੜ ਸਕਦੇ ਹਾਂ। ਇਹ ਆਪਾਂ ਆਰਟੀਕਲ 3 ਦੇ ਵਿੱਚ ਹੁਣੀ ਪੜ੍ਹ ਕੇ ਹਟੇ ਹਾਂ। ਇਨਕਰੀਜ਼ ਕਰ ਲਓ, ਡਿਕਰੀਜ਼ ਕਰ ਲਓ, ਅਲਟਰ ਕਰ ਲਓ, ਬਾਉਂਡਰੀ ਦਾ ਨਾਮ ਚੇਂਜ ਕਰ ਦਿਓ, ਫਾਰਮੇਸ਼ਨ ਆਫ ਨਿਊ ਸਟੇਟ ਨੂੰ ਸੈਪਰੇਟ ਕਰ ਦਿਓ, ਸੈਪਰੇਟ ਕਰਕੇ ਇੱਕ ਨਿਊ ਸਟੇਟ ਬਣਾ ਲਓ, ਜੋੜ ਕੇ ਬਣਾ ਲਓ, ਯੂਨਾਈਟ ਕਰ ਲਓ। ਆਪਾਂ ਇਹ ਹੁਣੀ ਪੜ੍ਹ ਕੇ ਹਟੇ ਹਾਂ। ਕੁਐਸਚਨ ਕੀ ਉੱਠਦਾ ਗਾ ਵੀ ਕੀ ਕਿਸੇ ਰਾਜ ਦੇ ਖੇਤਰਾਂ ਨੂੰ ਘਟਾਉਣ ਦੀ ਸੰਸਦ ਦੀ ਸ਼ਕਤੀ ਜਿਹੜੀ ਹੈਗੀ ਆ, ਆਪਾਂ ਡਿਕਰੀਜ਼ ਕਹਿੰਦੇ ਨੇ ਕਿ ਟੈਰੀਟਰੀ ਨੂੰ ਆਪਾਂ ਡਿਕਰੀਜ਼ ਕਰ ਸਕਦੇ ਹਾਂ ਅਨੁਛੇਦ 3 ਦੇ ਤਹਿਤ। ਜੇ ਮੰਨ ਲਓ ਕਹਿੰਦਾ ਉਹ ਕਿਸੇ ਵਿਦੇਸ਼ੀ ਨੂੰ ਦੇਣਾ ਹੋਵੇ ਤਾਂ ਉਹ ਵੀ ਸ਼ਕਤੀ ਆਰਟੀਕਲ 3 ਦੇ ਵਿੱਚ ਸ਼ਾਮਲ ਆ ਕਿ ਨਹੀਂ। ਹੁਣ ਇਹ ਕੁਐਸਚਨ ਕਿਉਂ ਪੁੱਛਿਆ ਗਿਆ? ਬੈਰੂਬਰੀ ਕੇਸ। ਬੈਰੂਬਰੀ ਕੇਸ ਬਹੁਤ ਇੰਪੋਰਟੈਂਟ ਹੈ, ਪੋਲਿਟੀ ਦੇ ਵਿੱਚ ਬਹੁਤ ਵਾਰੀ ਪੁੱਛਿਆ ਜਾਂਦਾ। ਬੈਰੂਬਰੀ ਕੇਸ ਕੀ ਆ? ਹੁਣ ਕੀ ਤੁਹਾਨੂੰ ਪਤਾ ਬੈਰੂਬਰੀ ਕੇਸ ਕੀ ਹੁੰਦਾ? ਆਪਾਂ ਪੜ੍ਹਦੇ ਹਾਂ ਫਿਰ ਤੁਹਾਨੂੰ ਪਤਾ ਲੱਗੂਗਾ। ਬੇਰੂਬਰੀ ਕੇਸ ਬੇਸਿਕਲੀ ਵੈਸਟ ਬੰਗਾਲ ਕਰਨੀ ਇੱਕ ਪਹਿਲਾਂ, ਕਿਉਂਕਿ ਹੁਣ ਬੰਗਲਾਦੇਸ਼ ਬਣ ਗਿਆ, ਹੁਣ
ਪਹਿਲਾਂ ਕੁਝ ਏਰੀਆ ਜਿਹੜਾ ਸੀਗਾ ਬੈਰੂਬਰੀ ਕੇਸ ਵਾਲਾ, ਉਹ ਕੁਝ ਏਰੀਆ ਜਿਹੜਾ ਸੀਗਾ ਉਹ ਪਾਕਿਸਤਾਨ, ਕਿਉਂਕਿ ਪਹਿਲਾਂ ਇੱਧਰ ਵੈਸਟ ਪਾਕਿਸਤਾਨ ਸੀ, ਉੱਧਰ ਈਸਟ ਪਾਕਿਸਤਾਨ ਸੀ, ਬੰਗਲਾਦੇਸ਼ ਤਾਂ 1971 ਦੀ ਲੜਾਈ ਤੋਂ ਬਾਅਦ ਬਣਿਆਗਾ। ਸੋ ਉੱਥੇ ਕੁਐਸਚਨ ਉੱਠਦਾ ਗਾ। ਹੁਣ ਬੈਰੂਬਰੀ ਕੇਸ ਬਾਰੇ ਆਪਾਂ ਥੋੜੀ ਜਿਹੀ ਚਰਚਾ ਕਰਦੇ ਹਾਂ। ਕੇਂਦਰ ਸਰਕਾਰ ਵੱਲੋਂ ਬੈਰੂਬਰੀ ਯੂਨੀਅਨ ਯਾਨੀ ਕਿ ਪੱਛਮੀ ਬੰਗਾਲ ਦੇ ਨਾਂ ਨਾਲ ਜਾਣੇ ਜਾਂਦੇ ਇੱਕ ਖੇਤਰ ਦਾ ਹਿੱਸਾ ਪਾਕਿਸਤਾਨ ਨੂੰ ਛੱਡਣ ਦੇ ਫੈਸਲੇ ਨਾਲ ਸਿਆਸੀ ਅੰਦੋਲਨ ਅਤੇ ਵਿਵਾਦ ਵਿੱਚ ਪੈਦਾ ਹੋ ਗਿਆ। ਕਹਿਣ ਦਾ ਮਤਲਬ ਕੀ ਹੈ, ਬੈਰੂਬਰੀ ਇੱਕ ਜਗ੍ਹਾ ਪੱਛਮੀ ਬੰਗਾਲ ਦੇ ਨਾਮ ਨਾਲ ਜਿਹੜੀ ਮਤਲਬ ਪੱਛਮੀ ਬੰਗਾਲ ਦੇ ਵਿੱਚ ਜਿਹੜੀ ਆਉਂਦੀ ਆ, ਉਹਦਾ ਜਿਹੜਾ ਕੁਛ ਹਿੱਸਾ ਸੀ ਉਹ ਪਾਕਿਸਤਾਨ ਕਲੇਮ ਕਰਦਾ ਸੀ ਤੇ ਪਾਕਿਸਤਾਨ ਨੂੰ ਦੇਣਾ ਸੀ। ਤੇ ਆਪਣੇ ਉਦੋਂ ਰਾਸ਼ਟਰਪਤੀ ਸੀਗੇ ਜਿਹੜੇ ਉਹਨਾਂ ਨੇ ਪਾਲਿਆ ਯੱਬ ਡਾਕਟਰ ਰਜਿੰਦਰ ਪ੍ਰਸਾਦ। ਜਦੋਂ ਰਾਸ਼ਟਰਪਤੀ ਨੇ ਯੱਬ ਪਾਲੇ ਯਾਨੀ ਕਿ ਰਾਸ਼ਟਰਪਤੀ ਦੇ ਹਵਾਲੇ ਦੀ ਲੋੜ ਪੈ ਗਈ ਤਾਂ ਸੁਪਰੀਮ ਕੋਰਟ ਨੇ ਕਿਹਾ ਕਿਸੇ ਰਾਜ ਦੇ ਖੇਤਰ ਨੂੰ ਘਟਾਉਣ ਦੀ ਸੰਸਦ ਸ਼ਕਤੀ ਧਾਰਾ 3 ਯਾਨੀ ਕਿ ਆਰਟੀਕਲ 3 ਦੇ ਤਹਿਤ ਤੁਸੀਂ ਘਟਾ ਤਾਂ ਸਕਦੇ ਹੋ, ਪਰ ਉਹ ਘਟਾਉਣ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਦੂਜਿਆਂ ਨੂੰ ਚੁਕਾ ਦਿਓ। ਯਾਨੀ ਕਿ ਇਹ ਆ ਗੱਲ ਕਿ ਤੁਸੀਂ ਭਾਈ ਯੂਨੀਅਨ ਆਫ ਸਟੇਟਸ ਦੀ ਗੱਲ ਤਾਂ ਆਪ ਕਰਦੇ ਹੋ ਕਿ ਭਾਈ ਇਨਡਸਟਰਕਟੇਬਲ ਯੂਨੀਅਨ, ਕਿ ਯੂਨੀਅਨ ਆ ਜਿਹੜੀ ਉਹ ਬਰਬਾਦ ਨਹੀਂ ਹੋਣੀ ਚਾਹੀਦੀ। ਸਟੇਟਸ ਨੂੰ ਭਾਵੇਂ ਜਿੰਨਾ ਮਰਜ਼ੀ ਤੋੜ ਮਰੋੜ ਲਓ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇਕਰ ਤੁਸੀਂ ਸਟੇਟਸ ਨੂੰ ਤੋੜਤਾ ਤਾਂ ਉਹਦਾ ਮਤਲਬ ਇਹ ਆ ਵੀ ਚੱਕ ਕੇ ਉਹਨੂੰ ਪਾਕਿਸਤਾਨ ਨੂੰ ਦੇ ਦਿਓ। ਐਵੇਂ ਤਾਂ ਨਹੀਂ ਹੋ ਸਕਦਾ। ਇਹ ਤਾਂ ਨਹੀਂ ਆਰਟੀਕਲ 3 ਕਹਿੰਦਾ ਨਾ, ਕਿਤੇ ਆਪਾਂ ਪੜ੍ਹਿਆ ਨਹੀਂ। ਸੋ ਪਾਕਿਸਤਾਨ ਨੂੰ ਦੇਤਾ ਤਾਂ ਇੱਥੇ ਪੈ ਗਿਆ ਯੱਬ। ਤੇ ਆਰਟੀਕਲ 3 ਦੇ ਤਹਿਤ ਸੁਪਰੀਮ ਕੋਰਟ ਹੁਣ ਕੀ ਕਹਿੰਦੀ ਆ ਕਿ ਭਾਰਤੀ ਖੇਤਰ ਦੇ ਵਿਦੇਸ਼ੀ ਦੇਸ਼ ਨੂੰ ਕਵਰ ਨਹੀਂ ਕਰਦੀ ਆਰਟੀਕਲ 3। ਇਸ ਲਈ ਭਾਰਤੀ ਖਿੱਤੇ ਨੂੰ ਜੇਕਰ ਇਹ ਕੁਝ ਕਰਨਾ ਹੈ, ਆਪਾਂ ਆਰਟੀਕਲ ਚੌਥੇ ਦੇ ਵਿੱਚ ਕੀ ਕਿਹਾ ਸੀ ਕਿ ਆਰਟੀਕਲ 2-3 ਦੇ ਵਿੱਚ ਤੁਸੀਂ ਜੋ ਮਰਜ਼ੀ ਕਰੋ, ਤੁਹਾਨੂੰ ਅਮੈਂਡਮੈਂਟ ਕਰਨ ਦੀ ਲੋੜ ਨਹੀਂ। ਪਰ ਉਹਦੇ ਵਿੱਚ ਇਹ ਨਹੀਂ ਸੀਗਾ ਕਿ ਤੁਸੀਂ ਚੱਕ ਕੇ ਕਿਸੇ ਵੀ ਹੋਰ ਨੂੰ ਦੇ ਦਿਓ। ਪਰ ਜੇ ਕਹਿੰਦੇ ਤੁਸੀਂ ਚੱਕ ਕੇ ਕਿਸੇ ਹੋਰ ਕੰਟਰੀ ਨੂੰ ਦੇਣਾਗਾ ਤਾਂ ਫਿਰ 368 ਅਮੈਂਡਮੈਂਟ ਕਰਨੀ ਪਊਗੀ ਰਾਜਿਓ। ਸੋਧ ਕਰਨ ਵਾਸਤੇ ਤੁਹਾਨੂੰ ਜਾਣਾ ਪਊਗਾ। ਇਸ ਦੇ ਸਿੱਟੇ ਵਜੋਂ ਉਕਤ ਖੇਤਰ ਨੂੰ ਪਾਕਿਸਤਾਨ ਨੂੰ ਤਬਦੀਲ ਕਰਨ ਲਈ ਯਾਨੀ ਕਿ ਪਾਕਿਸਤਾਨ ਨੂੰ ਦੇਣ ਲਈ 9ਵੀਂ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਹੋਈ ਹੈ। ਪੁੱਛਿਆ ਜਾ ਸਕਦਾ ਵੀ ਬੈਰੂਬਰੀ ਕੇਸ ਦੇ ਵਿੱਚ ਕਿਹੜੀ ਅਮੈਂਡਮੈਂਟ ਹੋਈ ਸੀ। ਇਸੇ ਕਰਕੇ ਅਮੈਂਡਮੈਂਟ ਹੋਈ ਸੀ। ਹੋਇਆ ਉਹ ਵੀ ਆਰਟੀਕਲ 3 ਦੇ ਰਾਹੀਂ ਹੈ। ਆਪਾਂ ਏਰੀਆ ਨੂੰ ਘਟਾਇਆਗਾ, ਡਿਮਿਨਿਸ਼ ਦਾ ਏਰੀਆ ਆਫ ਐਨੀ ਸਟੇਟ ਕਰ ਸਕਦੇ ਆਪਾਂ, ਡਿਕਰੀਜ਼ ਕੀਤਾਗਾ, ਪਰ ਕਿਸੇ ਹੋਰ ਕੰਟਰੀ ਨੂੰ ਦੇਣਾ ਇਹ ਆਰਟੀਕਲ 3 ਨਹੀਂ ਕਹਿੰਦਾ। ਇਹਦੇ ਵਾਸਤੇ ਆਪਾਂ ਸੰਸ਼ੋਧਨ ਕੀਤੀ ਆ 9ਵੀਂ ਸੰਸ਼ੋਧਨ 1960। ਯਾਦ ਰੱਖਣਾ, the decision of central government to cede part of territory known as Berubari Union, West Bengal to Pakistan led to political agitation and controversy and thereby necessitated presidential reference, president ਦਾ reference ਲੈਣਾ ਪਿਆ। ਸੁਪਰੀਮ ਕੋਰਟ ਇੱਥੇ ਕਹਿੰਦੀ ਹੈ the power of parliament to diminish the area of state। ਇਹ ਆਰਟੀਕਲ 3 ਜ਼ਰੂਰ ਕਹਿੰਦਾ ਵੀ ਤੁਹਾਡੇ ਕੋਲ ਪਾਵਰ ਹੈਗੀ ਆ, ਪਰ does not cover session seize of Indian territory to a foreign country। ਨਹੀਂ ਦੇ ਸਕਦੇ ਤੁਸੀਂ, ਰਾਈਟ। ਸੋ hence Indian territory can be ceded to a foreign state only by amending। ਕਿਹੜੀ ਅਮੈਂਡਮੈਂਟ ਕੀਤੀ ਹੈ ਫਿਰ? 9ਵੀਂ ਅਮੈਂਡਮੈਂਟ 9th Constitutional Amendment Act 1960 was enacted to transfer the said territory to Pakistan। ਕੀ ਇਹ ਚੀਜ਼ ਤੁਹਾਡੇ ਪੱਲੇ ਪੈ ਗਈ? ਸੋ ਕਹਿਣ ਦਾ ਮਤਲਬ ਭਾਈ ਜਦੋਂ ਇੰਨੀ ਡਿਟੇਲ ਦੇ ਵਿੱਚ ਪੜ੍ਹੋਗੇ ਤਾਂ ਇਸ ਕੋਰਸ ਦੇ ਵਿੱਚ ਤੁਹਾਨੂੰ ਕਰਨਾ ਪੈਣਾ ਇਨਰੋਲ। ਹੁਣ ਮੇਰਾ ਬਣ ਚੁੱਕਿਆ ਮਨ ਕਿ ਇਸ ਨੂੰ ਮੈਂ ਵੀਡੀਓ ਨੂੰ ਪਬਲਿਕ ਕਰ ਦੇਣਾ, ਕਿਉਂਕਿ ਇਸ ਤੋਂ ਪਹਿਲਾਂ 17-18 ਲੈਕਚਰ ਆਲਰੇਡੀ ਹੋ ਚੁੱਕਿਆ, ਉਹਨਾਂ ਦੇ ਵਿੱਚ ਮੈਂ ਪਬਲਿਕ ਨਹੀਂ ਕੀਤਾ। ਪਰ ਕਿਉਂਕਿ ਆਰਟੀਕਲ ਹੁਣ ਸਟਾਰਟ ਹੋਇਆ, ਇਸ ਤੋਂ ਪਹਿਲਾਂ ਹਿਸਟੋਰੀਕਲ ਬੈਕਗਰਾਉਂਡ ਵਗੈਰਾ ਸੀਗਾ, ਸੋ ਆਰਟੀਕਲ ਪਹਿਲੇ 4 ਆਪਾਂ ਪੜ੍ਹ ਲਿਆ, ਇਸ ਨੂੰ ਮੈਂ ਪਬਲਿਕ ਕਰਨ ਲੱਗਿਆ। ਸੋ ਇਸ ਕੋਰਸ ਨੂੰ ਜੇਕਰ ਤੁਸੀਂ ਇਨਰੋਲ ਕਰਨਾ ਚਾਹੋਗੇ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਪੋਲਿਟੀ ਦਾ ਲਿੰਕ ਹੈ, ਜਲਦੀ ਤੋਂ ਜਲਦੀ ਇਨਰੋਲ ਕਰੋ। UPSC PPSC ਚਾਹੇ ਪੰਜਾਬ ਦਾ ਕੋਈ ਵੀ ਪੇਪਰ ਆ ਜਿਹਦੇ ਵਿੱਚ ਪੋਲਿਟੀ ਦਾ ਹਿੱਸਾ ਜ਼ਿਆਦਾ ਆਉਂਦਾਗਾ, ਕੋਈ ਵੀ ਕੁਐਸਚਨ ਨਹੀਂ ਰੁਕੂਗਾ, ਚਾਹੇ ਮਾਸਟਰ ਕੇਡਰ ਵਾਲਿਆ। ਮਾਸਟਰ ਕੇਡਰ ਵਾਲਿਆਂ ਵਾਸਤੇ ਤਾਂ ਸਭ ਤੋਂ ਇੰਪੋਰਟੈਂਟ ਹੈ ਕੋਰਸ, ਠੀਕ ਹੈ। ਸੋ ਇਸ ਕੋਰਸ ਨੂੰ ਤੁਸੀਂ ਲੈ ਸਕਦੇ ਹੋ ਬਹੁਤ ਹੀ ਮਾਰਜਨਲ ਦੇ ਵਿੱਚ ਤੇ ਬਹੁਤ ਸਕੂਨ ਦੇ ਨਾਲ ਸਾਰੀ ਚੀਜ਼ਾਂ ਤੁਹਾਨੂੰ ਮਿਲਣਗੀਆਂ, ਤੇ ਜਿਹੜਾ ਡਾਟਾ ਸਟੱਡੀ ਮਟੀਰੀਅਲ ਆ ਉਹ ਸਾਰਾ ਤੁਹਾਨੂੰ ਮਿਲੂਗਾ। ਥੈਂਕ ਯੂ ਵੈਰੀ ਮਚ। ਬਾਬਾ ਮਿਹਰ ਕਰੇ, ਚੜ੍ਹਦੀ ਕਲਾ ਚ ਰਹੋ, ਇਸੇ ਤਰੀਕੇ ਨਾਲ ਪੜ੍ਹਦੇ ਰਹੋ। ਤੇ ਜਿਹੜੇ ਇਸ ਕੋਰਸ ਦੇ ਵਿੱਚ ਆਲਰੇਡੀ ਸਟੂਡੈਂਟ ਹੈਗੇ ਆ, ਮੈਂ ਉਹਨਾਂ ਨੂੰ ਦੱਸ ਦਿੰਦਾ ਕਿ ਭਾਈ ਰეკਮੈਂਡ ਕਰਿਆ ਕਰੋ ਹੋਰ ਵੀ ਸਟੂਡੈਂਟ ਆਪਣੇ ਕੋਲੇ ਹੋਣ। ਸੋ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਆਰਟੀਕਲ ਪਹਿਲਾ ਯੂਨੀਅਨ ਆਫ ਸਟੇਟਸ, ਆਰਟੀਕਲ ਦੂਜਾ ਐਸਟੈਬਲਿਸ਼ਮੈਂਟ ਜਾਂ ਐਡਮਿਸ਼ਨ ਆਫ ਨਿਊ ਸਟੇਟਸ, ਆਰਟੀਕਲ ਤੀਜਾ ਕੀ ਕਹਿੰਦਾਗਾ? ਆਰਟੀਕਲ ਤੀਜਾ ਕਹਿੰਦਾਗਾ ਫਾਰਮੇਸ਼ਨ ਆਫ ਨਿਊ ਸਟੇਟਸ ਜਿਹੜੀਆਂ ਕਿ ਐਗਜ਼ਿਸਟ ਕਰਦੇ ਇੰਡੀਆ ਦੇ ਵਿੱਚ ਹੀ। ਆਰਟੀਕਲ ਚੌਥਾ ਤੁਸੀਂ ਦੂਸਰੇ ਤੀਸਰੇ ਦੇ ਵਿੱਚ ਜੋ ਮਰਜ਼ੀ ਕਰੋ, ਕੋਈ ਵੀ ਅਮੈਂਡਮੈਂਟ ਕਰਨ ਦੀ ਲੋੜ ਨਹੀਂ ਪਊਗੀ। ਪਰ ਬੈਰੂਬਰੀ ਕੇਸ 1960 ਵਾਲਾ
ਅਮੈਂਡਮੈਂਟ ਕਰਨ ਦੀ ਲੋੜ ਪਈ ਹੈ ਤੇ ਕਿਹੜੀ ਅਮੈਂਡਮੈਂਟ ਹੋਈ ਆ 9th। ਲੋੜ ਕਿਉਂ ਪਈ ਆ? ਕਿਉਂਕਿ ਆਪਾਂ ਉਹ ਡਿਮਿਨਿਸ਼ ਕਰਕੇ ਏਰੀਆ ਨੂੰ ਡਿਕਰੀਜ਼ ਕਰਕੇ ਪਾਕਿਸਤਾਨ ਨੂੰ ਦੇਣਾ ਸੀ। ਥੈਂਕ ਯੂ ਵੈਰੀ ਮਚ। ਬਾਬਾ ਮਿਹਰ ਕਰੇ, ਚੜ੍ਹਦੀ ਕਲਾ ਚ ਰਹੋ, ਇਸੇ ਤਰੀਕੇ ਨਾਲ ਪੜ੍ਹਦੇ ਰਹੋ ਤੇ ਬਾਬਾ ਨਾਨਕ ਤੁਹਾਡੀ ਮਨੋਕਾਮਨਾ ਪੂਰੀਆਂ ਕਰੇ। ਕੋਈ ਵੀ ਕੁਐਰੀ ਵਗੈਰਾ ਕਰੋ ਮੈਸੇਜ, ਡਾਊਟ ਤੁਹਾਡੇ ਕਲੀਅਰ ਹੋ ਜਾਣਗੇ। ਥੈਂਕ ਯੂ ਵੈਰੀ ਮਚ, ਧੰਨਵਾਦ।